ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਆਪ ਗੁਣ ਨਾ ਵਿਚਾਰੋ ਕੋਈ, ਮਾਟੀ ਕਾ ਗਿਆ ਧੋਪੈ ਸੁਆਮੀ, ਮਾਨਸ ਕੀ ਗਾਤੇ ਹੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਮ ਕਰੀ ਬਖਿਆਨ। ਬੇਸ਼ੁਮਾਰ ਅਥਾ ਅਗਨਤ ਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੁਗ ਜੁਗ ਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਮਹਾਨ ਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਕਰਕੇ ਪਵਿੱਤਰ ਹੋਈ ਧਰਤੀ 'ਤੇ ਉਹਨਾਂ ਦੇ ਪਵਿੱਤਰ ਅਸਥਾਨ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਈ ਸਾਧ ਸੰਗਤ ਆਪਣੇ ਜੀਵਨ ਦੇ ਕੀਮਤੀ ਸਵਾਸਾਂ ਨੂੰ ਸਫਲਾ ਕਰਨ ਦਾ, ਕੀਮਤੀ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜੀਵਨ ਦੇ ਵਿੱਚ ਅਨੇਕਾਂ ਉਤਰਾਅ ਚੜ੍ਹਾਅ ਮਨੁੱਖ ਨੂੰ ਆਉਂਦੇ ਨੇ। ਉਹਨਾਂ ਦੇ ਵਿੱਚ ਹੀ ਲੰਘਦਿਆਂ ਹੋਇਆਂ ਮਨੁੱਖ ਆਪਣੇ ਸੁੱਖ ਦੀ ਪ੍ਰਾਪਤੀ ਵਾਸਤੇ ਦਿਨ ਰਾਤ ਮਨੁੱਖ ਦੀ ਦੌੜ ਲੱਗੀ ਰਹਿੰਦੀ ਹੈ। ਆਪਣੇ ਸੰਸਾਰਿਕ ਸੁੱਖਾਂ ਦੀ ਪ੍ਰਾਪਤੀ ਵਾਸਤੇ ਮਨੁੱਖ ਦੀ ਦੌੜ ਹੈ। ਮਨ ਦੀ ਸ਼ਾਂਤੀ ਪ੍ਰਾਪਤ ਹੋ ਜਾਣੀ ਹੋਰ ਗੱਲ ਹੈ, ਸੰਸਾਰਿਕ ਪਦਾਰਥ ਪ੍ਰਾਪਤ ਹੋ ਜਾਣੇ ਇਹ ਬਹੁਤ ਦੁਨੀਆ ਨੂੰ ਪ੍ਰਾਪਤ ਨੇ, ਰਾਜਿਆਂ ਨੂੰ ਪ੍ਰਾਪਤ ਨੇ, ਅਮੀਰ ਲੋਕਾਂ ਨੂੰ ਪ੍ਰਾਪਤ ਨੇ। ਸੰਸਾਰੀ ਸੁੱਖਾਂ ਦੀ ਪ੍ਰਾਪਤੀ ਵੀ ਬਹੁਤ ਦੁਨੀਆ ਨੂੰ ਹੈ। ਅਗਰ ਕਿਸੇ ਦਾ ਮਨ ਸ਼ਾਂਤ ਨਹੀਂ, ਮਨ ਦੀ ਸ਼ਾਂਤੀ ਨਹੀਂ ਹੈ, ਉਹ ਸੰਸਾਰੀ ਪਦਾਰਥ ਕਿਸੇ ਕੰਮ ਨਹੀਂ ਆਉਂਦੇ, ਉਹ ਮਨੁੱਖ ਨੂੰ ਚੰਗੇ ਨਹੀਂ ਲੱਗਦੇ। ਪਦਾਰਥਾਂ ਦੀ ਪ੍ਰਾਪਤੀ ਹੋ ਜਾਣੀ ਹੋਰ ਗੱਲ ਹੈ, ਮਨ ਦੀ ਸ਼ਾਂਤੀ ਪ੍ਰਾਪਤ ਹੋ ਜਾਣੀ ਉਹ ਮਨੁੱਖ ਦੀ ਹੋਰ ਗੱਲ ਹੈ। ਬਹੁਤ ਸਾਰੇ ਮਨੁੱਖਾਂ ਨੂੰ ਇਸ ਗੱਲ ਦੀ ਮਨ ਦੇ ਅੰਦਰ ਸੋਚ ਹੈ, ਅਗਰ ਮੇਰੇ ਕੋਲ ਧਨ ਹੋ ਜਾਵੇ ਮੈਨੂੰ ਸੁੱਖ ਪ੍ਰਾਪਤ ਹੋ ਜਾਣਗੇ, ਆਗਿਆਕਾਰੀ ਔਲਾਦ ਮਿਲ ਜਾਵੇ ਸੁੱਖ ਪ੍ਰਾਪਤ ਹੋ ਜਾਣਗੇ, ਅਤੇ ਮਨ ਇੱਛਤ ਪਦਾਰਥ ਪ੍ਰਾਪਤ ਹੋ ਜਾਣ, ਸੁੱਖ ਪ੍ਰਾਪਤ ਹੋ ਜਾਣਗੇ। ਜਿਨ੍ਹਾਂ ਨੂੰ ਇਹਨਾਂ ਦੀ ਪ੍ਰਾਪਤੀ ਹੈ ਉਹਨਾਂ ਨੂੰ ਪੁੱਛੋ, ਭਾਈ ਤੁਸੀਂ ਸੁਖੀ ਹੋ? ਵੱਡੇ ਵੱਡੇ ਰਾਜੇ ਜਿਨ੍ਹਾਂ ਦੇ ਕੋਲ ਸਾਰੇ ਸੁੱਖ ਸਨ, ਉਹ ਸਾਰਿਆਂ ਸੁੱਖਾਂ ਨੂੰ ਛੱਡ ਕੇ, ਰਾਜ ਛੱਡ ਕੇ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਗਏ। ਉਹਨਾਂ ਕੋਲ ਕਿਸੇ ਵਸਤੂ ਦੀ ਕਮੀ ਨਹੀਂ ਸੀ, ਕੇਵਲ ਕਿਸੇ ਵਸਤੂ ਦੀ ਕਮੀ ਸੀ ਤਾਂ ਮਨ ਦੀ ਸ਼ਾਂਤੀ ਪ੍ਰਾਪਤ ਕਰਨੀ ਇਹ ਬਹੁਤ ਵੱਡੀ ਗੱਲ ਹੈ। ਮਨ ਸ਼ਾਂਤ ਹੋ ਜਾਣਾ, ਮਨ ਦੇ ਵਿੱਚ ਉਤਰਾਅ ਚੜ੍ਹਾਅ ਖਤਮ ਹੋ ਜਾਣੇ, ਮਨ ਸਬਰ ਸੰਤੋਖ ਵਿੱਚ ਆ ਜਾਣਾ, ਮਨ ਦਾ ਟਿਕਾਊ ਹੋ ਜਾਣਾ, ਇਸ ਗੱਲ ਦੀ ਪ੍ਰਾਪਤੀ ਹੋਣੀ ਬੜੀ ਮੁਸ਼ਕਲ ਗੱਲ ਹੈ। ਪੁਰਾਤਨ ਸਮਿਆਂ ਤੋਂ ਲੈ ਕੇ ਸਤਯੁੱਗ ਤੋਂ ਲੈ ਕੇ 4 ਯੁੱਗ, ਚੌਥਾ ਯੁੱਗ ਚੱਲ ਰਿਹਾ ਹੈ। ਚੌਥਾ ਯੁੱਗ ਵੀ ਸਮਾਪਤੀ ਵੱਲ ਨੂੰ ਜਾ ਰਿਹਾ ਹੈ। ਉਦੋਂ ਤੋਂ ਲੈ ਕੇ ਮਨੁੱਖ ਦੀ ਦੌੜ ਇਸੇ ਵਸਤੂ ਵਾਸਤੇ ਦੌੜ ਲੱਗੀ ਰਹੀ। ਮਨ ਵੀ ਸ਼ਾਂਤ ਹੋ ਜਾਵੇ ਅਤੇ ਪਦਾਰਥ ਵੀ ਇਕੱਤਰ ਹੋ ਜਾਣ। ਜਿਨ੍ਹਾਂ ਨੂੰ ਮਨ ਦੀ ਸ਼ਾਂਤੀ ਪ੍ਰਾਪਤ ਹੋਈ ਹੈ ਉਹਨਾਂ ਨੇ ਸੰਸਾਰਕ ਪਦਾਰਥਾਂ ਦੀ ਬਹੁਤੀ ਇੱਛਾ ਨਹੀਂ ਰੱਖੀ। ਮਨ ਟਿਕਾ ਵਿੱਚ ਆ ਗਿਆ। ਸੰਸਾਰ ਦੇ ਪਦਾਰਥ ਭਾਵੇਂ ਉਹਨਾਂ ਦੇ 4 ਚੁਫੇਰੇ ਢੇਰੀਆਂ ਲੱਗੀਆਂ ਸਨ, ਪਰ ਉਹਨਾਂ ਨੇ ਇਹਨਾਂ ਦੀ ਪਰਵਾਹ ਨਹੀਂ ਕੀਤੀ। ਕੁਦਰਤੀ ਗੱਲ ਹੈ,
ਜਿਹੜੇ ਮਨੁੱਖ ਪਰਮੇਸ਼ਰ ਦਾ ਭਜਨ ਕਰਦੇ ਹਨ ਇਕਾਗਰ ਚਿੱਤ ਹੋ ਕੇ 9 ਨਿਧੀਆਂ ਅਤੇ 18 ਸਿੱਧੀਆਂ ਉਹਨਾਂ ਦੇ ਪਿੱਛੇ ਆਪਣੇ ਆਪ ਹੀ ਤੁਰ ਪੈਂਦੀਆਂ ਹਨ। ਜਿਨ੍ਹਾਂ ਦਾ ਮਨ ਇਕਾਗਰ ਪਰਮੇਸ਼ਰ ਦੇ ਚਰਨਾਂ 'ਚ ਨਹੀਂ ਹੁੰਦਾ, ਇਹ ਵਸਤੂਆਂ ਉਹਨਾਂ ਦੇ ਅੱਗੇ ਦੌੜਦੀਆਂ ਹਨ, ਉਹਨਾਂ ਦੇ ਅੱਗੇ ਪਿੱਛੇ ਨਹੀਂ ਫਿਰਦੀਆਂ। ਜਿਹਦਾ ਪ੍ਰਮਾਣ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਹੈ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਹੜੇ ਹਰੀ ਪਰਮੇਸ਼ਰ ਨੂੰ ਆਪਣੇ ਹਿਰਦੇ ਜਗ੍ਹਾ ਦਿੰਦੇ ਹਨ, ਬਾਕੀ ਚੀਜ਼ਾਂ ਉੱਥੋਂ ਆਪਣੇ ਆਪ ਹੀ ਉੱਠ ਜਾਂਦੀਆਂ ਹਨ ਪਰਮੇਸ਼ਰ ਦੇ ਬੈਠਣ ਦੇ ਨਾਲ, ਕਿਉਂਕਿ ਸਾਰੇ ਪਦਾਰਥ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਹਨ। ਸਾਰੇ ਪੌਣ ਪਾਣੀ ਅਤੇ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਖੜ੍ਹੀ ਹੈ। ਜਿਸ ਮਨੁੱਖ ਦੇ ਹਿਰਦੇ 'ਤੇ ਪਰਮੇਸ਼ਰ ਬੈਠ ਜਾਂਦਾ ਹੈ, ਉਹਦੇ ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਦੇ ਜਿੰਨੇ ਪੌਣ ਪਾਣੀ ਅਗਨੀ ਹੈ, ਸਾਰੇ ਉਹਦੇ ਹੁਕਮ ਦੇ ਵਿੱਚ ਹੋ ਜਾਂਦੇ ਹਨ। ਇੱਥੇ ਤੱਕ ਪਹੁੰਚ ਕਰਨ ਵਾਸਤੇ ਪੁਰਾਤਨ ਸਮਿਆਂ ਤੋਂ ਲੈ ਕੇ ਵੇਦ ਸ਼ਾਸਤਰਾਂ ਵਿੱਚ ਵੀ ਇਹੀ ਗਿਆਨ ਬਖਸ਼ਿਆ ਹੈ, ਅਤੇ ਜਿਤਨੇ ਧਾਰਮਿਕ ਗ੍ਰੰਥ ਨੇ ਮਹਾਂਪੁਰਸ਼ਾਂ ਦੇ ਲਿਖੇ ਹੋਏ, ਉਹਨਾਂ ਵਿੱਚ ਵੀ ਇਹੀ ਗਿਆਨ ਬਖਸ਼ਿਆ ਹੈ। ਸਭ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਂਦ ਵਿੱਚ ਆਏ ਨੇ, ਔਰ ਉਹਨਾਂ ਵਿੱਚ ਵੀ ਇਹੀ ਗਿਆਨ ਬਖਸ਼ਿਆ ਹੈ। ਮਨੁੱਖ ਗਿਆਨ ਨੂੰ ਸੁਣਦਾ ਵੀ ਹੈ ਔਰ ਮਨੁੱਖ ਨੂੰ ਸੋਝੀ ਵੀ ਹੈ। ਭਾਗਵਤ ਪੁਰਾਣ ਵਿੱਚ ਲਿਖਿਆ ਹੋਇਆ ਹੈ ਕਿ ਕਲਯੁੱਗ ਦੇ ਵਿੱਚ ਮਨੁੱਖਾਂ ਨੂੰ ਪਤਾ ਹੋਵੇਗਾ ਕਿ ਉਮਰ ਥੋੜ੍ਹੀ ਹੈ, ਮੈਂ ਬਹੁਤਾ ਸਮਾਂ ਨਹੀਂ ਰਹਿਣਾ। ਇੰਨਾ ਸੋਝੀ ਹੋਣ ਦੇ ਬਾਵਜੂਦ ਵੀ ਮਨੁੱਖ ਦੀ ਦੌੜ ਮਾਇਕ ਪਦਾਰਥਾਂ ਤੱਕ ਲੱਗੀ ਰਹੇਗੀ। ਜਿਨ੍ਹਾਂ ਦੀ ਉਮਰ 70-80 ਦੇ ਨੇੜੇ ਹੈ, ਉਹ ਵੀ ਤਾਂ ਮਨ ਨੂੰ ਸੰਤੋਖ ਕਰਕੇ ਨਹੀਂ ਬੈਠੇ, ਦੌੜ ਤਾਂ ਉਹਨਾਂ ਦੀ ਵੀ ਲੱਗੀ ਹੋਈ ਆ। ਪਤਾ ਉਹਨਾਂ ਨੂੰ ਵੀ ਹੈ ਕਿ ਜਿਹੜੀ ਉਮਰ ਹੈ, ਜਿੱਦਾਂ ਦਰਖਤ ਨਦੀ ਦੇ ਕਿਨਾਰੇ 'ਤੇ ਖੜ੍ਹਾ ਹੈ, ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣਾ, ਉਹ ਵੀ ਇਸ ਪਾਸੇ ਨੂੰ ਦੌੜੇ ਹੋਏ ਹਨ। ਉਹਨਾਂ ਨੂੰ ਸਮਝਾਉਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਜਿਨ੍ਹਾਂ ਪੁਰਖਾਂ ਨੇ ਇਸ ਮੰਜ਼ਿਲ ਤੱਕ ਪਹੁੰਚੇ ਹਨ, ਉਹਨਾਂ ਦੇ ਹਿਰਦੇ ਤੋਂ ਉੱਠੇ ਹੋਏ ਬਚਨ, ਭਗਤਾਂ ਦੇ ਹਿਰਦੇ 'ਤੇ ਉੱਠੇ ਹੋਏ ਗਿਆਨ, ਜੋ ਤੱਤ ਗਿਆਨ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਬੜੀ ਮਿਹਨਤ ਕਰਨੀ ਪੈਂਦੀ ਹੈ। ਦੁੱਧ ਨੂੰ ਪ੍ਰਾਪਤ ਕਰਨਾ ਹੋਵੇ, ਮਿਹਨਤ ਤਾਂ ਦੁੱਧ ਦੀ ਵੀ ਪ੍ਰਾਪਤੀ ਬਹੁਤ ਔਖੀ ਹੈ। ਪਹਿਲਾਂ ਪਸ਼ੂ ਖਰੀਦਣਾ ਪਵੇਗਾ, ਫਿਰ ਪਸ਼ੂ ਤੋਂ ਬਾਅਦ ਉਹਦੇ ਪੱਠਿਆਂ ਦਾ, ਉਹਦੇ ਬੰਨਣ ਦਾ, ਉਹਦੇ ਪੇੜੇ ਦਾ ਸਾਰਾ ਸਾਧਨ ਕਰਨਾ ਪਵੇਗਾ। ਦੁੱਧ ਵੀ ਸੌਖਾ ਪ੍ਰਾਪਤ ਨਹੀਂ ਹੋਇਆ। ਉਹਦੀ ਪ੍ਰਾਪਤੀ ਕਰਕੇ, ਦੁੱਧ ਦੀ ਪ੍ਰਾਪਤੀ ਕਰਕੇ ਵੀ ਜੇ ਮਨੁੱਖ ਕਹੇ ਕਿ ਦੁੱਧ ਸਦਾ ਵਾਸਤੇ ਰਹਿ ਜਾਵੇ, ਸਦਾ ਵਾਸਤੇ ਨਹੀਂ ਰਹਿੰਦਾ। ਦੁੱਧ ਬੜੀ ਮੁਸ਼ਕਿਲ ਨਾਲ ਇੱਕ ਦਿਹਾੜੀ 12-14 ਘੰਟੇ ਕੱਟਦਾ ਹੈ, ਉਹਦੇ ਤੋਂ ਬਾਅਦ ਉਹਦੀ ਹੱਦ ਖਤਮ ਹੈ, ਉਹਦੀ ਮਨਿਆਦ ਖਤਮ ਹੈ। ਜੇ ਦੁੱਧ ਨੂੰ ਰੱਖਣਾ ਹੋਵੇ, ਦੁੱਧ ਤੋਂ ਜ਼ਿਆਦਾ ਸਮਾਂ ਦਹੀਂ ਕੱਟ ਜਾਂਦਾ ਹੈ। ਦਹੀਂ ਦੇ ਵਿੱਚ ਉਹ ਵੀ ਕਿਸੇ ਦੀ ਸੰਗਤ ਕਰਨੀ ਪੈਂਦੀ ਹੈ। ਜਿਨ੍ਹਾਂ ਨੇ ਦਹੀਂ ਜਮਾਇਆ ਹੋਵੇ, ਉਹਨਾਂ ਦੇ ਕੋਲ ਜਾਣਾ ਪੈਂਦਾ, ਉਹਨਾਂ ਤੋਂ ਥੋੜ੍ਹੀ ਜਿਹੀ ਲੱਸੀ ਲਿਆਉਣੀ ਪੈਂਦੀ ਹੈ। ਦਹੀਂ ਜਮਾ ਲਈਏ, ਦਹੀਂ ਦੁੱਧ ਨਾਲੋਂ ਜ਼ਿਆਦਾ ਦਿਨ ਕੱਟ ਜਾਂਦਾ ਹੈ। ਦਹੀਂ ਦੇ ਵੀ ਕੁਛ ਦਿਨ ਹੱਦ ਹੈ, ਇਹ ਵੀ ਬਹੁਤਾ ਸਮਾਂ ਨਹੀਂ ਕੱਟਦਾ। ਸਿਆਣੀਆਂ ਬੀਬੀਆਂ, ਸਿਆਣੇ ਦਿਮਾਗ ਰੱਖਣ ਵਾਲੇ, ਸੂਝ-ਬੂਝ ਰੱਖਣ ਵਾਲੇ, ਉਹਨਾਂ ਨੇ ਇਸ ਨੂੰ, ਦਹੀਂ ਨੂੰ ਰਿੜਕ ਕੇ, ਉਹ ਵੀ ਸੂਝ-ਬੂਝ ਵਾਲਾ ਦੁੱਧ ਰਿੜਕੇਗਾ। ਜੇ ਇਹਦਾ ਗਿਆਨ ਨਹੀਂ ਤੇ ਰਿੜਕਦਿਆਂ ਰਿੜਕਦਿਆਂ ਕਈ ਵਾਰੀ ਮੱਖਣ ਵਿੱਚ ਰਲ ਜਾਂਦਾ, ਕਈ ਵਾਰੀ ਖਿਲਰ ਜਾਂਦਾ। ਉਹਦੇ ਵਿੱਚੋਂ ਮੱਖਣ ਕੱਢ ਲਈਏ ਤੇ ਮੱਖਣ ਵੀ ਬਹੁਤਾ ਸਮਾਂ ਨਹੀਂ ਰਹਿੰਦਾ, ਉਹਦੇ ਵਿੱਚ ਵੀ ਕਮੀ ਹੈ, ਖਟਿਆਈ ਪੈ ਜਾਂਦੀ ਹੈ।
ਤੇ ਮੱਖਣ ਨੂੰ ਬਹੁਤਾ ਸਮਾਂ ਰੱਖਣ ਵਾਸਤੇ ਉਹਨੂੰ ਅੱਗ 'ਤੇ ਚਾੜ੍ਹ ਕੇ ਸਿਆਣੇ ਪੁਰਖ ਉਹਦੇ ਵਿੱਚ ਤੱਤ ਵਸਤੂ ਕੱਢ ਲੈਂਦੇ ਆ, ਜਿਹਨੂੰ ਕਹਿੰਦੇ ਹਨ ਘੇ, ਸ਼ੁੱਧ ਦੇਸੀ ਘੇ। ਉਹਨੂੰ 2 ਸਾਲ ਰੱਖ ਲਓ, 4 ਸਾਲ ਰੱਖ ਲਓ, ਖਰਾਬ ਨਹੀਂ ਹੁੰਦਾ। ਇਸੇ ਤਰ੍ਹਾਂ ਤੱਤ ਵਸਤੂ ਜਿਹੜੀ ਹੈ ਭਗਤਾਂ ਦੇ ਹਿਰਦੇ ਤੋਂ ਉੱਠੀ ਹੋਈ, ਅਖੀਰ ਵਿੱਚ ਇੱਕ ਤੱਤ ਵਸਤੂ ਨਿਕਲਦੀ ਆ। ਦੁੱਧ ਜ਼ਿਆਦਾ ਜਗ੍ਹਾ ਵਿੱਚ ਹੁੰਦਾ ਅਤੇ ਮੱਖਣ ਥੋੜ੍ਹੀ ਜਗ੍ਹਾ ਵਿੱਚ ਆ ਜਾਂਦਾ। ਉਹ ਫਿਰ ਭਗਤਾਂ ਦੇ ਹਿਰਦੇ ਤੋਂ ਗਿਆਨ ਉੱਠਿਆ ਹੈ। ਉਹਨਾਂ ਨੇ ਬੜੀ ਮਿਹਨਤ ਕੀਤੀ ਹੈ, ਜਨਮ ਲੱਗ ਗਏ। ਜਨਮਾਂ ਬਾਅਦ ਭਗਤਾਂ ਨੇ ਜਿਹੜਾ ਨਿਚੋੜ ਕੱਢਿਆ ਹੈ, ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ, ਸੰਸਾਰੀ ਪੁਰਖਾਂ ਨੂੰ ਇਹ ਗੱਲ ਦੱਸੀ ਹੈ ਭਾਈ ਜਿਹੜਾ ਸੁੱਖ ਅਸੀਂ ਪ੍ਰਾਪਤ ਕਰਦੇ ਹਾਂ ਉਹ ਤੁਸੀਂ ਵੀ ਸੁੱਖ ਲੈ ਲਓ। ਉਹਨਾਂ ਨੇ ਉਹ ਗਿਆਨ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕਰਕੇ ਉਸ ਗਿਆਨ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਜਿਹੜੇ ਉਸ ਗਿਆਨ ਨੂੰ ਸਮਝ ਕੇ ਉਸ ਦੇ ਮੁਤਾਬਕ ਸੰਸਾਰ ਵਿੱਚ ਜੀਵਨ ਜਿਉਣਾ ਕਰਦੇ ਹਨ, ਉਹ ਮਨੁੱਖਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਤਾਂ ਹੁੰਦੀ ਹੈ। ਉਹ ਮਨ ਕਰਕੇ ਵੀ ਸ਼ਾਂਤ ਰਹਿੰਦੇ ਹਨ। ਭਾਵੇਂ ਦੁਨੀਆ ਵਿੱਚ ਅੱਗ ਲੱਗੀ ਹੋਈ ਹੈ, ਹਰ ਇੱਕ ਮਨੁੱਖ ਦੁਖੀ ਹੈ, ਪਰ ਕੁਛ ਮਨੁੱਖ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੇ ਹਨ, ਉਹ ਮਨ ਕਰਕੇ ਸ਼ਾਂਤ ਹਨ। ਪਦਾਰਥਾਂ ਦੀ ਭਾਵੇਂ ਘਾਟ ਹੋਵੇ। ਜੰਗਲਾਂ ਵਿੱਚ ਰਿਖੀ ਮੁਨੀ ਬੈਠੇ ਹਨ, ਭਾਵੇਂ ਪਦਾਰਥਾਂ ਦੀ ਆਪ ਸਾਡੇ ਦੇਖਣ ਮੁਤਾਬਕ ਉਹਨਾਂ ਕੋਲ ਬਹੁਤੀ ਨਹੀਂ ਹੈ, ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੂੰ ਬਹੁਤ ਵੱਡਾ ਦਰਜਾ ਦਿੱਤਾ ਹੈ। ਇੱਕ ਕੱਖਾਂ ਕਾਨਿਆਂ ਦੀ ਛੰਨ ਵਿੱਚ ਬਹਿ ਜਾਣਾ, ਕੱਚੀ ਛੰਨ ਵਿੱਚ ਬਹਿ ਜਾਣਾ, ਵਧੀਆ ਪਦਾਰਥ ਨਾ ਹੋਣੇ, ਦੁਨੀਆ ਵਿੱਚ ਸਤਿਕਾਰ ਦਾ ਜਗ੍ਹਾ ਨਾ ਹੋਵੇ, ਕੋਈ ਉਹਨਾਂ ਦੀ ਰਿਸ਼ਤੇਦਾਰੀ ਮਿੱਤਰ ਨਾਤੇ ਨਾ ਹੋਣ, ਅਤੇ ਫਿਰ ਵੀ ਉਹਨਾਂ ਪੁਰਖਾਂ ਨੂੰ ਉੱਚਾ ਦਰਜਾ ਗੁਰਬਾਣੀ ਨੇ ਦਿੱਤਾ ਹੈ। ਬਸਦਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਣ ਕਿ ਸਾਕ ਨਾ ਸਿੰਨਾ, ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਐਸੇ ਪੁਰਖ ਦੀ ਧੂੜ ਮਿਲ ਜਾਵੇ ਪਰਮੇਸ਼ਰ ਦੀ ਖੁਸ਼ੀ ਹੁੰਦੀ ਆ। ਐਸੇ ਪੁਰਖ ਸੰਸਾਰ ਵਿੱਚ ਸਭ ਰਾਜਿਆਂ ਤੋਂ ਉੱਤੇ ਰਾਜੇ ਦੱਸੇ ਹਨ। ਬਾਕੀ ਸੰਸਾਰ ਵਿੱਚ ਰਾਜੇ ਭਾਵੇਂ ਹੋਏ ਨੇ, ਚੱਕਰਵਰਤੀ ਰਾਜੇ ਹੋਏ ਨੇ, ਐਸੇ ਵੀ ਹੋਏ ਨੇ ਜਿਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਸੀ। ਉਹਨਾਂ ਦੇ ਨਾਮ ਤੋਂ ਤੁਸੀਂ ਜਾਣੂ ਨਹੀਂ ਹੋ। ਬਾਕੀ ਭਗਤਾਂ ਦਾ ਜੀਵਨ ਪੜ੍ਹ ਕੇ ਦੇਖੋ, ਸਾਰੇ ਬਹੁਤ ਸਾਦੇ ਜੀਵਨ ਵਿੱਚ ਸੁਬਾਸ ਗੁਜ਼ਾਰੇ ਨੇ। ਉਹ ਮਨ ਕਰਕੇ ਸ਼ਾਂਤ ਸਨ, ਮਨ ਕਰਕੇ ਸ਼ਾਂਤੀ ਪ੍ਰਾਪਤ ਸੀ। ਇਸ ਕਰਕੇ ਉਹਨਾਂ ਨੂੰ ਸਾਰੇ ਪਦਾਰਥ ਤਾਂ ਉਹਨਾਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਸਨ। ਐਸੀ ਪ੍ਰਾਪਤੀ ਕਰਨ ਵਾਸਤੇ, ਐਸੇ ਸੁੱਖਾਂ ਦੀ ਪ੍ਰਾਪਤੀ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਨੇ 12 ਮਾਹਾਂ ਦੀ ਬਾਣੀ, 12 ਮਹੀਨਿਆਂ ਦਾ ਗਿਆਨ, ਹਰੇਕ ਮਹੀਨੇ ਵਿੱਚ ਗਿਆਨ ਬਖਸ਼ਿਆ ਹੈ। ਮਹੀਨੇ ਬਾਅਦ ਜਦੋਂ ਮਨੁੱਖ ਜਾਂਦਾ, ਜਿਸ ਤਰ੍ਹਾਂ ਡਾਕਟਰ ਦੇ ਕੋਲ ਮਰੀਜ਼ ਜਾਂਦਾ ਹੈ, ਉਹ ਮਰੀਜ਼ ਨੂੰ ਦਵਾਈ ਦਿੰਦਾ, ਕਹਿੰਦਾ ਭਾਈ ਮਹੀਨੇ ਬਾਅਦ ਫੇਰ ਆ ਜੀ। ਮਹੀਨੇ ਬਾਅਦ ਉਹਦਾ ਟੈਸਟ ਕਰਕੇ ਫਿਰ ਉਹ ਦਵਾਈ ਬਦਲ ਦਿੰਦਾ, ਭਾਈ ਤੈਨੂੰ ਇਸ ਬਿਮਾਰੀ ਤੋਂ ਆਰਾਮ ਹੈ, ਹੁਣ ਇਹ ਕਸਰ ਰਹਿੰਦੀ ਹੈ। ਉਹਦੀ ਦਵਾਈ ਫਿਰ ਬਦਲੀ ਜਾਂਦੀ ਹੈ। ਉਹਦੇ ਤੋਂ ਬਾਅਦ ਮਹੀਨੇ ਬਾਅਦ ਫਿਰ ਜਾਂਦਾ ਹੈ ਉਹਦੇ ਤੋਂ ਬਾਅਦ ਫਿਰ ਉਹ ਦਵਾਈ ਬਦਲ ਦਿੰਦਾ। ਇਸ ਤਰ੍ਹਾਂ ਮਨੁੱਖ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਅਲਾਮਤਾਂ ਹਨ। ਕਈ ਰੁਕਾਵਟਾਂ ਪਰਮੇਸ਼ਰ ਦੇ ਮਿਲਣ ਕਾਰਨ ਰਸਤੇ ਵਿੱਚ ਕਈ ਆਉਂਦੀਆਂ ਹਨ। ਉਹਨਾਂ ਰੁਕਾਵਟਾਂ ਨੂੰ ਦੂਰ ਕਰਨ ਵਾਸਤੇ ਹਰੇਕ ਮਹੀਨੇ ਵਿੱਚ ਗਿਆਨ ਬਖਸ਼ਿਆ ਹੈ। ਇਸ ਮਹੀਨੇ ਇਹ ਬਚਨ ਹੈ, ਇਸ ਮਹੀਨੇ ਇਹ ਬਚਨ ਹੈ, ਉਹ ਮਨੁੱਖ ਨੇ ਸਰਵਣ ਕਰਨੇ ਹਨ। ਮੈਂ ਕਿੱਥੇ ਚੱਲਿਆ ਹਾਂ, ਕਿੱਥੇ ਨਹੀਂ ਚੱਲਿਆ, ਕਿੱਥੇ ਤੱਕ ਮੇਰੀ ਪਹੁੰਚ ਹੈ, ਕਿੱਥੇ ਤੱਕ ਨਹੀਂ ਪਹੁੰਚ। ਜੇ ਨਹੀਂ ਵੀ ਪਹੁੰਚ ਸਕਿਆ, ਕੋਸ਼ਿਸ਼ ਕਰਨੀ ਮਨੁੱਖ ਦਾ ਫਰਜ਼ ਹੈ, ਮਿਹਨਤ ਕਰਨੀ ਮਨੁੱਖ ਦਾ ਫਰਜ਼ ਹੈ। ਫਸਲ ਜ਼ਿਮੀਂਦਾਰ ਬੀਜਦਾ ਹੈ, ਅੱਗੇ ਫਸਲ ਹੋਣੀ ਨਾ ਹੋਣੀ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਥੋਂ ਸ਼ੁਰੂ ਕੀਤਾ ਸੀ 12 ਮਾਹਾਂ ਜੀ ਦੀ ਬਾਣੀ।
किरत तो शुरू की है। किरत कर्म के बिछड़े, जीव बिछड़िया कित्थों है, जीव क्यों बनया? किरत माड़ी हो गई तो उहदे नाल कर्म बिगड़ गया। कर किरपा मेलो राम, ऐ परमेश्वर निरंकार जी किरपा करके सानू नाल मेलना करो। चार कुंड दे दिसे भ्रमे थक आए प्रभ की साम, सारे जगह ते घूम के चार चफेरे घूम के थक के मारा तुहाडी शरण विच आए हैं। तीन दुधे ते बाहरी किते ना आवे काम, मझ ना दुध दिंदी होवे जिमीदार कई वारी नूं जोड़ लैंदे, होर काम नूं वरत लैंदे। गाय दुध ना दिंदी होवे ते गाय किते काम नहीं आउंदी, उहनूं जोड़दे नहीं आ। किते ना आवे काम, इस तरह शरीर है। हर नाह न मिलीए साजने कत पाईए बसराम, जिन्ना चिर उस परमेश्वर की प्राप्ति इनू नहीं हुंदी, इहदा आउण जाण दा चक्कर मुकदा नहीं है। उस नूं मुकाउण वास्ते, उत्थे तक पहुँचण वास्ते गुरु अर्जन देव महाराज ने 12 महीनों विच ज्ञान बख्शिया है। पिछले महीने विच मगर दे महीने विच ये ज्ञान बख्शिया सी। मगर महासबंधियाँ हर पिर संग बैठड़िया, ਜਿਹੜੀਆਂ ਇਸਤਰੀਆਂ अपनी पति ਦੇ ਨਾਲ ਜਿਨ੍ਹਾਂ ਦੀ ਬਾਣ ਆਉਂਦੀ ਹੈ, ਉਹ ਆਪਣੇ ਪਤੀ ਨਾਲ ਬੈਠ ਕੇ ਸੋਭ ਨਹੀਂ ਖਾਉਂਦੀਆਂ। ਜੋ ਸੁੱਖ ਇਸਤਰੀ ਨੂੰ ਆਪਣੇ ਪਤੀ ਨਾਲ ਹੈ, ਉਧਰ ਨਹੀਂ ਹੈ, ਭਾਵੇਂ ਸਾਰੇ ਸੁੱਖ ਪ੍ਰਾਪਤ ਹੋਣ। ਉਹਦੇ ਤੋਂ ਬਾਅਦ ਹੈ ਪੋਹ ਦਾ ਮਹੀਨਾ, ਮੱਘਰ ਤੋਂ ਬਾਅਦ ਪੋਹ ਦਾ ਮਹੀਨਾ ਸ਼ੁਰੂ ਹੋਇਆ ਹੈ। ਪੋਖ ਤੁਖਾਰ ਨ ਵਿਆਪੇ ਕੰਠ ਮਿਲਿਆ ਹਰ ਨਾਹੋ, ਜੇ ਪਿਆਰ ਵਿੱਚ ਕਮੀ ਹੋਵੇ, ਜਿਹਦੇ ਨਾਲ ਪ੍ਰੇਮ ਹੁੰਦਾ ਉਹਨੂੰ ਗਲੇ ਲੱਗ ਕੇ ਮਿਲਦੇ ਆ। ਜਿਨ੍ਹਾਂ ਜ਼ਿਆਦਾ ਪ੍ਰੇਮ ਹੁੰਦਾ ਉਹਨੂੰ ਗਲੇ ਲੱਗ ਕੇ ਮਿਲਦੇ ਆ। ਜਿਨ੍ਹਾਂ ਦਾ ਪਰਮੇਸ਼ਰ ਨਾਲ ਪਿਆਰ ਹੈ, ਜਿਨ੍ਹਾਂ ਦੇ ਗਲੇ ਵਿੱਚ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਨਾਲ ਪਿਆਰ ਹੈ, ਉਹਨਾਂ ਨੂੰ ਨਾ ਸਰੀਰ ਨੂੰ ਠੰਡ ਹੈ, ਨਾ ਆਤਮਾ ਨੂੰ ਠੰਡ ਹੈ। ਇੱਕ ਮਨ ਦਾ ਪਾਲਾ ਹੈ, ਇੱਕ ਸਰੀਰ ਦਾ ਪਾਲਾ ਹੈ। ਮਨ ਦਾ ਪਾਲਾ ਹੈ ਪਾਪਾਂ ਦਾ ਹੈ। ਮਨੁੱਖ ਆਪਣੇ ਪਾਪ ਕਰਮ ਕਰਕੇ ਡਰਦਾ ਹੈ। ਕਈ ਵਾਰੀ ਮਨੁੱਖ ਗੱਲਾਂ ਕਰਦਿਆਂ ਕਰਦਿਆਂ ਗੱਲ ਆ ਜਾਂਦੀ ਹੈ, ਮੈਂ ਤਾਂ ਇਹਨੂੰ ਕੁਛ ਨਹੀਂ ਕਿਹਾ ਸੀ, ਇਹਦੇ ਆਪਣਾ ਹੀ ਪਾਲਾ ਮਾਰੀ ਜਾਂਦਾ। ਕਈ ਵਾਰੀ ਮਨ ਕਰਕੇ ਮਨੁੱਖ ਜਿਨ੍ਹਾਂ ਦੇ ਪਵਿੱਤਰ ਸਥਾਨ 'ਤੇ ਬੈਠੇ ਹੋਣ, ਉਹਨਾਂ ਦੇ ਸਾਹਮਣੇ ਕਈ ਵਾਰੀ ਮਨੁੱਖ ਬਚਨ ਕਰਨ ਤੋਂ ਵੀ ਡਰਦਾ ਸੀ, ਕਿਉਂਕਿ ਮਨੁੱਖ ਨੂੰ ਆਪਣੇ ਪਾਪਾਂ 'ਤੇ, ਆਪਣੇ ਕੀਤੇ ਹੋਏ ਕਰਮਾਂ 'ਤੇ ਪਤਾ ਹੈ ਕਿ ਇਹਨੂੰ ਜਿਹੜਾ ਸਾਹਮਣੇ ਬੈਠੇ ਇਹਨਾਂ ਨੂੰ ਮੇਰੀ ਸਾਰੀਆਂ ਗੱਲਾਂ ਦਾ ਪਤਾ ਹੈ। ਉਹ ਆਪਣੇ ਪਾਪ ਕਰਮਾਂ ਕਰਕੇ, ਆਪਣੇ ਪਾਲੇ ਕਰਕੇ ਮਹਾਂਪੁਰਸ਼ਾਂ ਸਾਹਮਣੇ ਕੋਈ ਬਚਨ ਕਰਨ ਦੀ ਸਮਰੱਥਾ ਨਹੀਂ ਰਹਿੰਦੀ। ਇਸ ਕਰਕੇ ਦੋ ਤਰ੍ਹਾਂ ਦੇ ਠੰਡ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਬੈਠ ਕੇ ਸੋਭਨੀਕਤਾ ਹੋ ਗਈਆਂ, ਪਰ ਫਿਰ ਵੀ ਜੇ ਕੋਈ ਕਮੀ ਹੋਵੇ ਤੇ ਪਤੀ ਦੇ ਨਾਲ ਨਾ ਬਣੀ ਹੋਵੇ, ਭਾਵੇਂ ਰਹਿੰਦੀ ਪਤੀ ਦੇ ਘਰੇ ਹੋਵੇ, ਤੇ ਉਹ ਪਾਪ ਕਰਮ ਕਰਨੋਂ ਹਟੇ ਨਾ, ਤਾਂ ਫਿਰ ਉਹਨੂੰ ਅੰਦਰ ਦਾ ਪਾਲਾ ਵੀ ਰਹਿੰਦਾ ਤੇ ਉਹਨੂੰ ਅਸਲੀ ਸੁੱਖ ਪ੍ਰਾਪਤ ਨਹੀਂ ਹੁੰਦਾ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਪਵਿੱਤਰ ਬਚਨ, ਇਹ ਮਹੀਨਾ ਵੈਸੇ ਵੀ ਸਿੱਖ ਧਰਮ ਦਾ ਤਾਂ ਬਹੁਤ ਦੁਖਦਾਈ ਮਹੀਨਾ ਗੁਜ਼ਰਿਆ ਹੈ। ਇਸ ਮਹੀਨੇ ਵਿੱਚ ਸਿੱਖ ਕੌਮ ਦੇ ਨਾਲ ਸੰਬੰਧਿਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਪ੍ਰੇਮ ਰੱਖਣ ਵਾਲੇ ਸਰੀਰ ਇਸ ਮਹੀਨੇ ਵਿੱਚ ਕੋਈ ਖੁਸ਼ੀ ਦਾ ਕੰਮ ਨਹੀਂ ਕਰਦੇ। ਵਿਆਹ ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਕੰਮ ਇਸ ਮਹੀਨੇ ਵਿੱਚ ਨਹੀਂ ਕਰਦੇ, ਕਿਉਂਕਿ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 5-6 ਦੀ ਪੋਹ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਅਤੇ ਅਖੀਰ ਮੁਕਤਸਰ ਦੀ ਜੰਗ ਤੋਂ ਬਾਅਦ ਮਾਘੀ ਦੇ ਸਮੇਂ 'ਤੇ ਜਾ ਕੇ ਮੁਕਤਸਰ ਦੀ ਜੰਗ ਦੀ ਸਮਾਪਤੀ ਹੋਈ ਸੀ। ਅਤੇ ਇਸ ਕਰਕੇ ਇਹ ਮਹੀਨਾ ਸਾਰਾ ਜੰਗਾਂ ਯੁੱਧਾਂ ਦਾ, ਔਰ ਸਿੱਖ ਕੌਮ ਦੇ ਅੰਦਰ 4 ਸਾਹਿਬਜ਼ਾਦੇ ਅਤੇ 3 ਪਿਆਰੇ ਸ਼ਹੀਦ ਹੋਏ, ਅਤੇ ਅਨੇਕਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਆਰੇ ਸਿੱਖ ਜਿਨ੍ਹਾਂ ਦੀ ਕੀਮਤ ਕੋਈ ਨਾ ਸੀ। 40-40 ਹਜ਼ਾਰੀ, 10 ਹਜ਼ਾਰੀ, 20 ਹਜ਼ਾਰੀ ਜਿਨ੍ਹਾਂ ਸਿੱਖਾਂ ਨੂੰ ਸਾਹਿਬਾਂ ਨੇ ਮੁੱਲ ਪਾਇਆ। ਉਸ ਵੇਲੇ 10,000 ਬਹੁਤ ਸੀ ਜਦੋਂ ਦੀ ਗੱਲ ਹੈ। ਇਹ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰੇ ਸਿੱਖ ਇੰਨੀਆਂ ਕੀਮਤਾਂ ਪਾ ਕੇ ਦੱਸਿਆ, ਮੇਰਾ ਇੰਨੇ ਹਜ਼ਾਰੀ ਸੀ, ਇਹ ਮੇਰਾ ਇੰਨੇ ਹਜ਼ਾਰੀ ਸੀ। ਇਸ ਕਰਕੇ ਇਹ ਮਹੀਨਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸੰਬੰਧਿਤ ਹੈ। ਸੋ ਥੋੜ੍ਹੇ ਸਮੇਂ ਵਾਸਤੇ ਵਿਚਾਰ
ਜਿੰਨੀ ਕੁ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਹੈ, ਜਿੰਨਾ ਕੁ ਗਿਆਨ ਉਹਨਾਂ ਨੇ ਬਖਸ਼ਿਆ ਹੈ, ਉਹਦੇ ਅਨੁਸਾਰ ਤੁਹਾਡੇ ਨਾਲ ਮਹੀਨੇ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਵੀ ਪ੍ਰਾਪਤ ਹੋਇਆ ਹੈ। ਆਪਣੇ ਜੀਵਨ ਦੇ ਸਵਾਸ ਗੁਰੂ ਦੀ ਗੱਲ ਸੁਣਦਿਆਂ ਬਤੀਤ ਹੋ ਜਾਣ, ਗੁਰੂ ਦੇ ਵਚਨ ਕਰਦਿਆਂ ਗੁਰੂ ਦੇ ਚਰਨਾਂ ਵਿੱਚ ਬੈਠਿਆਂ ਬਤੀਤ ਹੋ ਜਾਣ। ਉਹ ਲਾਹੇ ਵਿੱਚ ਗਿਣੇ ਜਾਂਦੇ ਆ, ਸਫਲੇ ਗਿਣੇ ਜਾਂਦੇ ਆ। ਬਾਕੀ ਸਮਾਂ ਬੀਤ ਜਾਣਾ, ਬੀਤੇ ਤਾਂ ਬੀਤੀ ਜਾਂਦਾ। ਕਈ ਵਾਰੀ ਮਨੁੱਖ ਕੋਈ ਤਾਸ਼ ਖੇਲਣ ਲੱਗ ਜਾਂਦਾ, ਪੁੱਛਦੇ ਕੀ ਕਰਦੇ ਆ, ਕਹਿੰਦੇ ਸਮਾਂ ਪਾਸ ਕਰਦੇ ਆ। ਸਮਾਂ ਬਤੀਤ ਕਰਦੇ, ਸਮਾਂ ਤਾਂ ਬਤੀਤ ਹੋ ਹੀ ਜਾਂਦਾ। ਉਹਨੂੰ ਬਤੀਤ ਕਰਨ ਵਾਸਤੇ ਕੋਈ ਨੈੱਟ ਦਾ ਆਸਰਾ ਲੈਂਦਾ, ਕੋਈ ਫੋਨ ਦਾ ਆਸਰਾ ਲੈਂਦਾ। ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਪੁਰਖ ਇਹਦਾ ਆਸਰਾ ਲੈਂਦੇ ਆ, ਜਾਂ ਗੁਰੂ ਦੀ ਕਥਾ ਸਰਵਣ ਕਰਦੇ ਆ, ਗੁਰੂ ਦੇ ਬਚਨ ਸਰਵਣ ਕਰਦੇ ਆ, ਗੁਰਬਾਣੀ ਸੁਣਦੇ ਆ, ਗੁਰੂ ਘਰਾਂ ਵਿੱਚ ਜਾ ਕੇ ਹਾਜ਼ਰੀ ਭਰਦੇ ਆ, ਗੁਰੂ ਘਰ ਦੀ ਜਾ ਕੇ ਸੇਵਾ ਕਰਦੇ ਆ। ਸੋ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪੋਖ ਤੁਖਾਰ ਨ ਵਿਆਪੀ, ਕੰਠ ਮਿਲਿਆ ਹਰ ਨਾਹੋ। ਦੋ ਤਰ੍ਹਾਂ ਦੀ ਠੰਡ ਹੈ। ਇੱਕ ਆਪਣੇ ਪਾਪਾਂ ਦਾ ਪਾਲਾ ਹੈ, ਇੱਕ ਸਰੀਰ ਤੱਕ। ਸਰੀਰ ਨੂੰ ਵੀ ਠੰਡ ਲੱਗਦੀ ਹੈ, ਕਿਉਂਕਿ ਸਰੀਰ ਪੰਜ ਤੱਤਾਂ ਦਾ ਹੈ। ਉਹਦੇ ਤੱਤ ਜਿਹੜੇ ਹਨ, ਅਗਰ ਮਨੁੱਖ ਤੱਤਾਂ ਨਾਲ ਜੁੜਿਆ ਤਾਂ ਤੱਤਾਂ ਨੂੰ ਵੀ ਪਾਲਾ ਲੱਗਦਾ, ਜੇ ਤੱਤਾਂ ਨਾਲ ਨਹੀਂ ਜੁੜਿਆ ਤਾਂ ਫਿਰ ਪਤਾ ਨਹੀਂ ਲੱਗਦਾ। ਜਦੋਂ ਆਪਰੇਸ਼ਨ ਡਾਕਟਰ ਕਰਦੇ ਆ, ਅਗਰ ਮਨੁੱਖ 'ਤੇ ਸੂਈ ਚੁੱਭ ਜਾਵੇ ਤਾਂ ਦੁੱਖ ਪ੍ਰਤੀਤ ਕਰਦਾ, ਪਰ ਜਦੋਂ ਆਪਰੇਸ਼ਨ ਕਰਦੇ ਉਹਦਾ ਢਿੱਡ ਪਾੜ ਦਿੰਦੇ ਆ ਜਾਂ ਲੱਤਾਂ ਬਾਹਾਂ ਕੱਟ ਦਿੰਦੇ, ਉਸ ਨੂੰ ਕੁਛ ਨਹੀਂ ਪਤਾ ਲੱਗਦਾ। ਉਹਦਾ ਸੰਬੰਧ ਦਿਮਾਗ ਨਾਲੋਂ ਕੱਟ ਦਿੰਦੇ ਆ ਸਰੀਰ ਦਾ। ਇਸੇ ਤਰ੍ਹਾਂ ਜਿਨ੍ਹਾਂ ਦਾ ਪੁਰਖਾਂ ਦਾ ਸੁਰਤ ਪਰਮੇਸ਼ਰ ਨਾਲ ਜੁੜ ਜਾਂਦੀ, ਸਰੀਰ ਤੋਂ ਉੱਤੇ ਉੱਠ ਜਾਂਦੇ ਆ। ਸਰੀਰ ਦੁੱਖ ਸੁੱਖ ਥੱਲੇ ਰਹਿ ਜਾਂਦਾ। ਜਿੱਥੇ ਗਰਮ ਇਲਾਕਾ ਹੈ, ਇੱਥੋਂ ਗਰਮ ਇਲਾਕੇ ਨੂੰ ਚਲੇ ਜਾਈਏ ਤਾਂ ਫਿਰ ਠੰਡ ਥੱਲੇ ਰਹਿ ਜਾਂਦੀ ਹੈ, ਮਨੁੱਖ ਉੱਥੇ ਚਲੇ ਜਾਂਦਾ, ਸਰੀਰ ਗਰਮ ਹੋ ਜਾਂਦਾ। ਇਸ ਤਰ੍ਹਾਂ ਜਿਨ੍ਹਾਂ ਪੁਰਖਾਂ ਦੀ ਸੁਰਤ ਪਰਮੇਸ਼ਰ ਨਾਲ ਜੁੜ ਜਾਂਦੀ ਹੈ, ਸਰੀਰ ਦੇ ਸੁੱਖ ਦੁੱਖ ਉਹਨਾਂ ਨੂੰ ਭੁੱਲ ਜਾਂਦੇ ਆ। ਜਿਸ ਪਵਿੱਤਰ ਸਥਾਨ 'ਤੇ ਬੈਠੇ ਹੋ, ਉਹ ਫਿਰ ਰਾਤ ਨੂੰ ਠੰਡਾ ਪਾਣੀ ਭਰ ਕੇ ਨਾਲ ਦੇ ਸੇਵਾਦਾਰਾਂ ਨੂੰ, ਸੇਵਕਾਂ ਨੂੰ ਠੰਡੇ ਪਾਣੀ ਵਿੱਚ ਬਹਾਲਿਆ ਕਰਦੇ ਸਨ। ਉਹਨਾਂ ਦੀ ਟ੍ਰੇਨਿੰਗ ਕਰਾਉਂਦੇ ਸਨ। ਗਰਮੀਆਂ ਨੂੰ ਧੁੱਪੇ ਚੋਅ ਦੇ ਵਿੱਚ ਘੁੰਮਣਾ, ਰੇਤੇ ਵਿੱਚ, ਉਹਨਾਂ ਆਪਣੇ ਸੇਵਕਾਂ ਨੂੰ ਟ੍ਰੇਨਿੰਗ ਕਰਾਉਂਦੇ ਸਨ ਪਰਮੇਸ਼ਰ ਤੱਕ ਪਹੁੰਚਣ ਦੀ, ਪਰਮੇਸ਼ਰ ਦੇ ਮਿਲਣ ਦੀ ਪੜ੍ਹਾਈ ਇਹ ਕਰਾਉਂਦੇ ਸਨ। ਅਤੇ ਪੋਖ ਤੁਖਾਰ ਨ ਵਿਆਪੀ, ਕੰਠ ਮਿਲਿਆ ਹਰ ਨਾਉ। ਕੰਠ ਜਿੰਨਾ ਪ੍ਰੇਮ ਜ਼ਿਆਦਾ ਹੋਵੇ, ਜਿਨ੍ਹਾਂ ਦਾ ਪਰਮੇਸ਼ਰ ਨਾਲ ਪ੍ਰੇਮ ਹੈ, ਗਲੇ ਦੇ ਨਾਲ ਮਿਲਿਆ ਹੋਇਆ ਹੈ ਪਰਮੇਸ਼ਰ, ਉਹਨਾਂ ਦੇ ਪਾਪ ਕਰਮ ਦਾ ਪਾਲਾ ਉਹਨਾਂ ਨੂੰ ਨਹੀਂ ਰਹਿੰਦਾ। ਪਾਪ ਕਰਮ ਤਾਂ ਖਤਮ ਹੋ ਜਾਂਦੇ ਜਦੋਂ ਪਰਮੇਸ਼ਰ ਦਾ ਨਾਮ ਜਪੀਏ। ਕੋਟ ਅਪਰਾਧ ਮਿਟੇ ਹਰ ਸੇਵਾ। ਪਰਮੇਸ਼ਰ ਦੀ ਸੇਵਾ ਕਰਨ ਨਾਲ ਕਰੋੜਾਂ ਅਪਰਾਧ ਖਤਮ ਹੋ ਜਾਂਦੇ। ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁੱਟੇ। ਇਹ ਗੱਲਾਂ ਵੀ ਖਤਮ ਹੋ ਜਾਂਦੀਆਂ ਜਦੋਂ ਮਨੁੱਖ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦਾ। ਭਾਵੇਂ ਇਸ ਵੇਲੇ ਗੱਲ ਕੋਈ ਨਹੀਂ ਦਿਸਦੀ, ਜਦੋਂ ਬੀਜ ਕੇ 5-7 ਦਿਨਾਂ ਬਾਅਦ ਬੀਜ ਜੰਮਦਾ, ਫਿਰ ਬੀਜ ਜੰਮਣ ਤੋਂ ਬਾਅਦ ਪਤਾ ਲੱਗਦਾ ਕੀ ਹੋਈ ਆ ਗੱਲ। ਇਹ ਮਨੁੱਖ ਦਾ ਸੁਭਾਅ ਹੈ, ਉਸੇ ਵੇਲੇ ਕਰਕੇ ਉਸੇ ਵੇਲੇ ਫਲ ਦੀ ਪ੍ਰਾਪਤੀ ਇੱਛਾ ਰੱਖਦਾ। ਫਲ ਦੀ ਪ੍ਰਾਪਤੀ ਦਾ ਬੂਟਾ ਲਾ ਦਈਏ, ਬੂਟਾ ਘੱਟ ਤੋਂ ਘੱਟ ਵੀ ਜੇ ਮਾੜੇ ਤੋਂ ਮਾੜਾ ਛੇਤੀ ਫਲ ਦੇਣ ਵਾਲਾ, ਉਹ ਵੀ ਸਾਲ ਲਾ ਦਿੰਦਾ। ਕੁਝ ਸਮਾਂ ਲੱਗ ਜਾਂਦਾ ਬੀਜ ਕੇ ਉਹਨੂੰ ਵੱਢਣ ਵਾਸਤੇ। ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਬੀਜ ਬੀਜੇ ਸਨ ਚੰਗੇ, ਉਹ ਹੁਣ ਸੁੱਖ ਭੋਗਦੇ ਹਨ। ਜਿਨ੍ਹਾਂ ਨੇ ਮਾੜੇ ਬੀਜ ਬੀਜ ਦਿੱਤੇ, ਉਹ ਦੁੱਖ ਭੋਗਦੇ ਆ। ਆਪਣੇ ਸਰੀਰ ਦੇ ਅੰਦਰ ਬੀਜ ਬੀਜੇ ਜਾਂਦੇ ਆ। ਜੇ ਦੁੱਖਾਂ ਦੇ ਬੀਜ ਬੀਜੇ ਤਾਂ ਮਨੁੱਖ ਨੂੰ ਸਰੀਰ ਦੇ ਅੰਦਰੋਂ ਹੀ ਦੁੱਖ ਪੈਦਾ ਹੋਈ ਜਾਂਦਾ। ਕਿਸੇ ਦੇ ਫੋੜਾ ਫਿਣਸੀ, ਕਿਸੇ ਨੂੰ ਕੋਈ ਹੋਰ ਬਿਮਾਰੀ, ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਦੇ ਅੰਦਰ ਨੇ, ਬੀਜ ਮਾੜੇ ਬੀਜੇ ਹੋਏ ਆ। ਜਿਨ੍ਹਾਂ ਨੇ ਚੰਗੇ ਬੀਜ ਬੀਜੇ ਆ, ਸੁੱਖ ਵੀ ਲੈ ਰਹੇ ਆ। ਮਨ ਵੇਦਿਆ ਚਰਨਾਰ ਵਿੰਦ, ਦਰਸ਼ਨ ਲਗੜਾ ਸਾਹੋ। ਮਨ ਵੇਦਿਆ, ਵੇਦਿਆ ਦਾ ਮਤਲਬ ਹੈ ਬੰਨ੍ਹ ਦਿੱਤਾ, ਵਿੱਝ ਗਿਆ, ਉਹਦੇ ਨਾਲ ਬੰਨ੍ਹ ਦਿੱਤਾ। ਬੰਨ੍ਹ ਦਿੱਤਾ ਮਤਲਬ ਟੁੱਟਦਾ ਨਹੀਂ ਹੈ। ਜਿੱਦਾਂ ਤੀਰ ਨਾ ਕਿਸੇ ਨੂੰ ਬਿੰਨ ਦਈਏ, ਤੀਰ ਦੇ ਨਾਲ ਉਹਦੇ ਵਿੱਚ ਤੀਰ ਖੁੱਭ ਜਾਵੇ, ਇਸ ਤਰ੍ਹਾਂ ਮਨ ਪਰਮੇਸ਼ਰ ਦੇ ਚਰਨਾਂ 'ਚ ਖੁੱਭ ਜਾਵੇ।
ਮਨ ਉਹਦਾ ਹੀ ਖੁੱਭਦਾ ਜਿਹਦਾ ਗੁਰੂ ਦੇ ਬਚਨ ਉੱਥੇ ਖੁੱਭਦੇ ਆ। ਧਰਤੀ ਸਖਤ ਹੋਵੇ, ਤੀਰ ਜਿੰਨਾ ਮਰਜ਼ੀ ਜ਼ੋਰ ਨਾਲ ਮਾਰ ਦਈਏ, ਤੀਰ ਦੀ ਮੁਖੀ ਮੁੜ ਜਾਂਦੀ ਹੈ, ਤੀਰ ਖੁੱਭਦਾ ਨਹੀਂ ਆ। ਧਰਤੀ ਨਰਮ ਹੋਵੇ, ਤੀਰ ਮਾੜਾ ਜਿਹਾ ਵੀ ਲੱਗ ਜਾਵੇ ਜਾਂਦਾ ਜ਼ਿਆਦਾ ਖੁੱਭ ਜਾਂਦਾ। ਰੇਤੇ ਵਾਂਗਰ ਧਰਤੀ ਨਰਮ ਹੋਵੇ, ਉਨਾ ਡੂੰਘਾ ਤੀਰ ਖੁੱਭ ਜਾਂਦਾ। ਜਿਨ੍ਹਾਂ ਦੇ ਚਿੱਤ ਨਰਮ ਹੈ, ਹਿਰਦੇ ਨਰਮ ਹੈ, ਦਇਆ ਧਰਮ ਹੈ, ਉਹਨਾਂ ਦੇ ਅੰਦਰ ਗੁਰੂ ਦਾ ਬਚਨ ਕਾਟ ਕਰ ਜਾਂਦਾ ਛੇਤੀ। ਜਿਨ੍ਹਾਂ ਦੇ ਅੰਦਰੋਂ ਚਿੱਤ ਕਠੋਰ ਹੈ, ਦਇਆ ਧਰਮ ਨਹੀਂ ਹੈ, ਕਿਸੇ ਦੇ ਦੁੱਖ ਨੂੰ ਦੇਖ ਕੇ ਮਨ ਪੰਘਰਦਾ ਨਹੀਂ ਹੈ, ਕਿਸੇ ਨੂੰ ਦੁਖੀ ਦੇਖ ਕੇ ਮਨ ਦੁਖੀ ਨਹੀਂ ਹੁੰਦਾ, ਉਹਨਾਂ ਦੇ ਚਿੱਤ ਦੇ ਅੰਦਰ ਭਾਵੇਂ ਗੁਰੂ ਦਾ ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਣ, ਨੇੜੇ ਜਾਈ ਜਾਣ, ਉਹਨਾਂ ਦੇ ਅੰਦਰ ਤੀਰ ਖੁੱਭਦਾ ਨਹੀਂ ਹੈ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੁੜਿਆਰਾਂ ਚਿਤ ਉਦਾਸ। ਉਹ ਬਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਉਹ ਝੂਠੇ ਬੰਦਿਆਂ ਕੋਲ ਜਾ ਕੇ ਉਹਨਾਂ ਦਾ ਮਨ ਲੱਗਦਾ, ਉੱਥੇ ਚਲੇ ਜਾਂਦੇ ਆ। ਤਾਂ ਸਤਿਗੁਰੂ ਜੀ ਕਹਿੰਦੇ ਮਨ ਬੇਧਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੂ। ਉਹਨਾਂ ਦੀ ਇੱਕ ਨਿਸ਼ਾਨੀ ਹੈ, ਜਿਨ੍ਹਾਂ ਦੇ ਗਲੇ ਨਾਲ ਪਰਮੇਸ਼ਰ ਮਿਲਿਆ ਹੋਇਆ, ਉਹਨਾਂ ਦੀ ਇੱਕ ਨਿਸ਼ਾਨੀ ਹੈ। ਉਹਨਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਹੈ, ਹਰ ਵੇਲੇ ਉਹਨੂੰ ਦਰਸ਼ਨਾਂ ਦੀ ਇੱਛਾ ਰੱਖ ਕੇ ਬੈਠੇ ਰਹਿੰਦੇ ਆ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਿਚਾਈ। ਕੋਈ ਮੈਨੂੰ ਮੇਰਾ ਪਰਮੇਸ਼ਰ ਨੂੰ ਮਿਲਾ ਦੇਵੇ, ਮੈਂ ਉਹਨੂੰ ਆਪਣਾ ਆਪ ਵੇਚ ਦੇਵਾਂ, ਉਹਨੂੰ ਮੈਂ ਹਰੇਕ ਕੀਮਤ ਤਾਰਨ ਨੂੰ ਬੈਠਾ, ਮੈਨੂੰ ਕੋਈ ਮਿਲਾਪ ਕਰਾ ਦੇਵੇ। ਮਨ ਬੇਧਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਹਰੇਕ ਸਾਹ ਦੇ ਨਾਲ ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਆ, ਕੋਈ ਸਵਾਸ ਵਿਅਰਥਾ ਨਹੀਂ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਸਮੇਂ ਸਮੇਂ ਅਨੁਸਾਰ ਸਰੀਰ ਬਦਲਦੇ ਰਹੇ, ਸਰੀਰਾਂ ਦੇ ਸਰੂਪ ਬਦਲਦੇ ਰਹੇ, ਅਤੇ ਉਹਦੇ ਅਨੁਸਾਰ ਕਾਰਜ ਵੀ ਬਦਲਦੇ ਰਹੇ। ਕਿਸੇ ਗੁਰੂ ਸਾਹਿਬ ਨੇ ਸੇਵਾ ਨੂੰ ਮੁੱਖ ਰੱਖਿਆ, ਕਿਸੇ ਨੇ ਨਾਮ ਨੂੰ ਮੁੱਖ ਰੱਖਿਆ, ਕਿਸੇ ਨੇ ਜ਼ੁਲਮ ਦੀ ਖਾਤਰ ਤਲਵਾਰ ਉਠਾਈ। ਵੱਖਰੇ ਵੱਖਰੇ ਢੰਗ ਤਰੀਕੇ ਨਾਲ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਬਖਸ਼ਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 10ਵੇਂ ਗੁਰੂ, ਉਹਦੇ ਤੋਂ ਬਾਅਦ 11ਵੇਂ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਬੈਠੇ ਸਨ। ਦੀਵਾਨ ਸਜਿਆ ਹੋਇਆ ਸੀ, ਵਿੱਚ ਬਹੁਤ ਸਾਰੇ ਲੋਕ ਐਸੇ ਵੀ ਆ ਕੇ ਬੈਠਦੇ ਸਨ ਜਿਹੜੇ ਗੁਰੂ ਦੇ ਪ੍ਰੇਮ ਵਾਲੀਆਂ ਰੂਹਾਂ ਆਲੇ ਦੁਆਲੇ ਨਗਰਾਂ ਤੋਂ ਆ ਕੇ ਦੀਵਾਨ ਸੁਣਦੇ ਸਨ। ਕੁਛ ਬੰਦੇ ਐਸੇ ਵੀ ਆ ਕੇ ਬੈਠ ਜਾਂਦੇ ਸਨ ਜਿਹੜੇ ਕੇਵਲ ਤੇ ਕੇਵਲ ਦੇਖਣ ਵਾਸਤੇ ਹੀ ਆਉਂਦੇ ਆ, ਉੱਥੇ ਕੀ ਗੱਲ ਹੁੰਦੀ ਹੈ, ਕਿਹੜੀ ਗੱਲ ਕਰਦੇ ਆ। ਉਹਨਾਂ ਦਾ ਕੋਈ ਪ੍ਰੇਮ ਨਹੀਂ ਹੁੰਦਾ, ਕੇਵਲ ਦੇਖਣ ਪਰਖਣ ਹੀ ਜਾਂਦੇ ਆ। ਚਾਰ ਚਫੇਰੇ ਵਿਰੋਧ ਹੋਵੇ ਅਤੇ ਵਿਰੋਧ ਦੇ ਵਿੱਚ ਤਾਂ ਕੁਦਰਤੀ ਗੱਲ ਹੈ, ਵਿਰੋਧੀ ਆਦਮੀ ਆ ਕੇ ਬੈਠਦੇ ਆ ਵੀ ਉੱਥੇ ਕਰਦੇ ਕੀ ਆ। ਇਸੇ ਤਰ੍ਹਾਂ ਰਾਜੇ ਭੀਮ ਚੰਦ ਦਾ ਵਜ਼ੀਰ ਇੱਕ ਦੇਵੀ ਚੰਦ, ਉਹਨੂੰ ਪਹਾੜੀ ਰਾਜਿਆਂ ਨੇ ਸਲਾਹ ਕਰਕੇ ਭੇਜਿਆ ਸੀ ਵੀ ਤੂੰ ਸ਼ਰਧਾਲੂ ਬਣ ਕੇ ਚਲੇ ਜਾ, ਸ਼ਰਧਾਲੂ ਬਣ ਕੇ ਉੱਥੇ ਬੈਠਾ ਰਹੀਂ, ਸੇਵਾ ਵੀ ਕਰਦਾ ਰਹੀਂ, ਫਿਰ ਸਾਰਾ ਭੇਤ ਸਾਨੂੰ ਆ ਕੇ ਦੱਸੀ ਵੀ ਗੁਰੂ ਨੂੰ ਫੜੀਏ ਕਿੱਦਾਂ, ਇਹਦੀ ਕਮਜ਼ੋਰੀ ਕਿੱਥੇ ਹੈ। ਉਸ ਕਮਜ਼ੋਰੀ ਦੇ ਰਾਹੀਂ ਜਦੋਂ ਕੋਈ ਬੰਦਾ ਕਮਜ਼ੋਰੀ ਫੜਦਾ, ਕਿਸ ਰਸਤੇ ਅੰਦਰ ਵੜਿਆ ਜਾ ਸਕਦਾ, ਕਿਸ ਰਸਤੇ ਇਹਨੂੰ ਫੜਿਆ ਜਾ ਸਕਦਾ। ਉਹ ਬੈਠਿਆਂ ਬੈਠਿਆਂ ਕੁਦਰਤੀ ਗੱਲ ਹੈ, ਜਦੋਂ ਮਾੜਾ ਬੰਦਾ ਗੱਲ ਕਰਦਾ, ਉਹਨੇ ਮਾੜੇ ਕਮਾਏ ਹੁੰਦੇ ਆ, ਦੂਜਿਆਂ 'ਤੇ ਅਸਰ ਕਰ ਜਾਂਦੇ ਆ। ਉਹ ਜਿਹੜਾ ਚੰਗਾ ਬੰਦਾ ਚੰਗੇ ਬਚਨ ਕਮਾਏ ਹੁੰਦੇ ਆ, ਨਾਮ ਕਮਾਇਆ ਹੁੰਦਾ, ਉਹਦਾ ਚੰਗੀ ਗੱਲ ਅਸਰ ਦੂਜਿਆਂ 'ਤੇ ਕਰ ਜਾਂਦੀ ਹੈ। ਅਤੇ ਜਿਹੜੇ ਮਾੜੇ ਬੰਦੇ ਚੰਗੀ ਗੱਲ ਕਰਨ, ਉਹ ਤਾਂ ਨਹੀਂ ਅਸਰ ਕਰਦੀ, ਮਾੜੀ ਅਸਰ ਕਰ ਜਾਂਦੀ, ਕਿਉਂਕਿ ਉਹਨਾਂ ਦੀ ਕਮਾਈ ਹੋਈ ਹੈ। ਉਹ ਜਿਹੜੇ ਭਲੇ ਪੁਰਸ਼ ਹੈ, ਉਹਨਾਂ ਦੀ ਭਲੀ ਗੱਲ ਉਹਨਾਂ ਨੇ ਕਮਾਈ ਹੁੰਦੀ ਹੈ, ਛੇਤੀ ਅਸਰ ਕਰ ਜਾਂਦੀ ਹੈ। ਜਿਨ੍ਹਾਂ ਦੀ ਕਮਾਈ ਨਹੀਂ ਹੁੰਦੀ, ਅਵਰ ਉਪਦੇਸੇ ਆਪ ਨਾ ਕਰੈ, ਆਪ ਤੇ ਜਾਪਤ ਜਨਮੈ ਮਰੈ। ਹੋਰ ਉਹਨਾਂ ਨੂੰ ਉਪਦੇਸ਼ ਕਰਨਾ ਅਤੇ ਆਪ ਕਮਾਉਣਾ ਨਹੀਂ, ਉਹਨੂੰ ਵੀ ਸਜ਼ਾ ਦੱਸੀ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ। ਗੁਰੂ ਉਪਦੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੱਖਾਂ ਨੂੰ ਬਖਸ਼ਦੇ ਸੀ, ਉਹ ਦੂਜਿਆਂ 'ਤੇ ਅਸਰ ਕਰਨਾ ਸੁਭਾਵਿਕ ਗੱਲ ਸੀ। ਮਨੁੱਖ ਦਾ ਸੁਭਾਅ ਮੋੜ ਦੇਣਾ, ਅੰਦਰੋਂ ਸੁਭਾਅ ਹੀ ਮੁੜ ਜਾਣਾ, ਬਚਨ ਕਰਕੇ ਮੋੜ ਦੇਣਾ ਸੁਭਾਅ ਨੂੰ।
ਕਿੱਡੇ ਤੇ ਕਿੱਡਾ ਕਠੋਰ ਬੰਦਾ ਵੀ ਹੋਵੇ ਉਹਨੂੰ ਮੋੜ ਦੇਣਾ। ਹਰ ਰੋਜ਼ ਬਚਨ ਕਰਦਿਆਂ ਕਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਸੁਣਦਿਆਂ ਸੁਣਦਿਆਂ ਉਹ ਜਿਹੜਾ ਆ ਕੇ ਬੈਠਾ ਸੀ ਦੇਖਣ ਗੁਰੂ ਨੂੰ ਕਿੱਦਾਂ ਫੜਿਆ ਜਾਵੇ, ਉਹਨੂੰ ਅਸਲੀ ਸੋਝੀ ਆ ਗਈ ਗੁਰੂ ਨੂੰ ਫੜਾਂਗੇ ਕਿੱਦਾਂ, ਇਸ ਨੂੰ ਕਿੱਦਾਂ ਫੜਿਆ ਜਾਵੇ। ਅਖੀਰ ਸਿੱਟੇ ਤੇ ਗੱਲ ਹੈ ਕਿ ਗੁਰੂ ਨੂੰ ਜੇ ਭਗਤਾਂ ਨੇ ਫੜਿਆ ਪ੍ਰੇਮ ਕਰਕੇ ਫੜਿਆ, ਪ੍ਰੇਮ ਤੋਂ ਬਿਨਾਂ ਗੁਰੂ ਫੜਿਆ ਨਹੀਂ ਗਿਆ। ਸਾਚ ਕਹੂੰ ਸੁਣ ਲਿਓ ਸਭੇ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਪਰਮੇਸ਼ਰ ਬਸ ਵਿੱਚ ਆਇਆ ਤੇ ਪ੍ਰੇਮ ਕਰਕੇ ਹੀ ਆਇਆ, ਜ਼ਬਰਦਸਤੀ ਮਨ ਹਟ ਕੇ ਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਬੜੇ ਬੜੇ ਲੋਕਾਂ ਨੇ ਹੱਠ ਕਰਕੇ ਕੋਸ਼ਿਸ਼ ਕੀਤੀ ਪਰ ਨਹੀਂ ਪਰਮੇਸ਼ਰ ਮਿਲਿਆ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਦੇ ਛੇਤੀ ਮਿਲ ਗਿਆ, ਉਹਨੂੰ ਸੋਝੀ ਆ ਗਈ। ਜਿਹੜਾ ਪ੍ਰੇਮ ਕਰੂਗਾ ਛੇਤੀ ਗੁਰੂ ਦੇ ਨੇੜੇ ਪਹੁੰਚ ਜਾਊਗਾ। ਉਹਦਾ ਗੁਰੂ ਨਾਲ ਪ੍ਰੇਮ ਹੋਇਆ, ਪ੍ਰੇਮ ਹੁੰਦਿਆਂ ਹੁੰਦਿਆਂ ਉਹਨੇ ਆਪਣੇ ਅਸਲੀ ਗੱਲ ਮਨ ਦੀ ਕੱਢ ਦਿੱਤੀ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਮੱਥਾ ਰੱਖ ਕੇ ਉੱਚੀ ਉੱਚੀ ਬੋਭਾ ਮਾਰ ਕੇ ਰੋਇਆ। ਅਸਲੀ ਗੱਲ ਦੱਸੀ, ਮਹਾਰਾਜ ਮੈਂ ਇਸ ਕੰਮ ਨੂੰ ਆਇਆ ਸੀ, ਮੈਨੂੰ ਰਾਜਿਆਂ ਨੇ ਭੇਜਿਆ ਸੀ ਵੀ ਜਾ ਕੇ ਦੇਖ ਕੇ ਆ ਗੁਰੂ ਨੂੰ ਫੜੀਏ ਕਿੱਦਾਂ। ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਪਤਾ ਲੱਗ ਗਿਆ ਤੁਸੀਂ ਕਿੱਦਾਂ ਬੱਸ ਵਿੱਚ ਆਉਂਦੇ ਹੋ, ਪਰ ਮੈਂ ਹੁਣ ਜਾਣਾ ਨਹੀਂ ਚਾਹੁੰਦਾ, ਮੇਰੀ ਇੱਛਾ ਤੁਹਾਡੇ ਕੋਲ ਰਹਿਣ ਦੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਨਹੀਂ ਕੋਈ ਗੱਲ ਨਹੀਂ, ਤੂੰ ਇੱਕ ਵਾਰ ਜਾਇਆ ਫਿਰ ਵਾਪਸ ਆ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਮੰਨ ਕੇ, ਉਹਦਾ ਨਾਮ ਸੀ ਦੇਵੀ ਚੰਦ, ਰਾਜੇ ਭੀਮ ਚੰਦ ਦੇ ਪਿਤਾ ਦਾ ਵਜ਼ੀਰ ਸੀ ਇਹ। ਵਡੇਰੀ ਉਮਰ ਸੀ, ਪਿਤਾ ਦੇ ਬਾਅਦ ਫਿਰ ਰਾਜਾ ਭੀਮ ਚੰਦ ਰਾਜਾ ਬਣ ਗਿਆ ਤੇ ਫਿਰ ਉਹਦਾ ਵਜ਼ੀਰ ਬਣ ਗਿਆ। ਸਿਆਣਾ ਕਰਕੇ ਰਾਜੇ ਭੀਮ ਚੰਦ ਨੇ ਇਹਨੂੰ ਭੇਜਿਆ ਸੀ। ਉਹਨੇ ਜਾ ਕੇ ਰਾਜਿਆਂ ਦੀ ਸਭਾ ਇਕੱਠੀ ਕੀਤੀ, ਆਲੇ ਦੁਆਲੇ ਜਿੰਨੇ ਰਾਜੇ ਪਹਾੜੀ ਸਨ ਇਕੱਠੇ ਕੀਤੇ। ਇਕੱਠੇ ਕਰਕੇ ਰਾਜੇ ਭੀਮ ਚੰਦ ਨੇ ਕਿਹਾ ਵੀ ਅੱਜ ਮੇਰਾ CID ਲੈਣ ਵਾਲਾ ਸੋਹੀਆ ਜਿਹੜਾ ਮੈਂ ਭੇਜਿਆ ਸੀ ਉਹਨੇ ਅੱਜ ਆ ਕੇ ਸਾਰੀ ਖਬਰ ਦੇਣੀ ਹੈ। ਰਾਜੇ ਇਕੱਠੇ ਹੋਏ ਤੇ ਪੁੱਛਿਆ ਦੇਵੀ ਚੰਦ ਨੂੰ, ਉਹਨੇ ਕਿਹਾ ਵੀ ਗੱਲ ਇੱਦਾਂ ਹੈ, ਜੇ ਤੁਸੀਂ ਗੁਰੂ ਨੂੰ ਫੜਨਾ ਹੋਵੇ ਤੁਸੀਂ ਤਾਂ ਸਾਰੇ ਫੌਜਾਂ ਇਕੱਠੀਆਂ ਕਰਕੇ ਔਰੰਗਜ਼ੇਬ ਦੀ ਫੌਜ ਵੀ ਲਿਆਓ ਤਾਂ ਗੁਰੂ ਨੂੰ ਫੜ ਨਹੀਂ ਸਕਦਾ, ਦੁਨੀਆ ਦੇ ਵਿੱਚ ਨਹੀਂ ਕੋਈ ਫੜ ਸਕਦਾ। ਉਹਨੂੰ ਜੇ ਫੜਨਾ ਹੋਵੇ ਤਾਂ ਫਿਰ ਪ੍ਰੇਮ ਕਰਕੇ ਤਾਂ ਜਿੱਦਾਂ ਮਰਜ਼ੀ ਤੁਸੀਂ ਫੜ ਲਓ, ਪਰ ਜ਼ਬਰਦਸਤੀ ਗੁਰੂ ਨੂੰ ਨਹੀਂ ਫੜ ਸਕਦੇ। ਇਹ ਬਚਨ ਕਰਦਿਆਂ ਕਰਦਿਆਂ ਰਾਜਾ ਭੀਮ ਚੰਦ ਉਸ ਵੇਲੇ ਤਾਂ ਬੋਲਿਆ ਨਾ, ਰਾਜੇ ਉੱਠ ਕੇ ਚਲੇ ਗਏ। ਉਹ ਤੋਂ ਬਾਅਦ ਰਾਜੇ ਭੀਮ ਚੰਦ ਨੂੰ ਗੁੱਸਾ ਚੜ੍ਹਿਆ, ਕ੍ਰੋਧ ਚੜ੍ਹਿਆ। ਇਹ ਤਿੰਨ ਹੱਠ ਮਾੜੇ ਆ, ਰਾਜੇ ਦਾ ਹੱਠ, ਇਸਤਰੀ ਦਾ ਹੱਠ ਤੇ ਬੱਚੇ ਦਾ ਹੱਠ ਸ਼ਾਸਤਰਾਂ ਨੇ ਮੰਨੇ ਆ। ਇਹ ਤਿੰਨ ਹੱਠ ਬਹੁਤ ਖਤਰਨਾਕ ਗਿਣੇ ਗਏ ਆ। ਤੇ ਰਾਜੇ ਨੇ ਉਹਨੂੰ ਸਜ਼ਾ ਦੇ ਦਿੱਤੀ, ਕਹਿੰਦਾ ਇਹਨੂੰ ਪਤਾ ਲੱਗੇ ਜਿਹੜੀਆਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਦਾ ਰਿਹਾ ਉਹਨਾਂ ਅੱਖਾਂ ਵਿੱਚ 3-3 ਇੰਚ ਲੰਬੇ ਕਿੱਲ ਅੱਗ ਨਾਲ ਲਾਲ ਕਰਕੇ ਇਹਦੀਆਂ ਅੱਖਾਂ 'ਚ ਖੋਭ ਦਿਓ, ਇਹਨੂੰ ਸਜ਼ਾ ਦਿਓ। ਜਲਾਦਾਂ ਨੇ ਬੰਨ੍ਹ ਲਿਆ, ਜਾ ਕੇ ਪਹਾੜੀ 'ਤੇ ਕਿੱਲ ਵੀ ਲਾਲ ਕਰ ਲਏ ਤੇ ਖੋਭਣ ਵਾਸਤੇ ਜਲਾਦਾਂ ਨੇ ਤਿਆਰੀ ਕੀਤੀ ਆ। ਕਿਉਂਕਿ ਕਿਸੇ ਟਾਈਮ ਜਲਾਦ ਉਹਦੇ ਹੁਕਮ ਵਿੱਚ ਚੱਲਦੇ ਸੀ। ਅੱਜ ਜਲਾਦਾਂ ਨੂੰ ਹੁਕਮ ਰਾਜੇ ਭੀਮ ਚੰਦ ਦਾ ਮੰਨਣਾ ਪਿਆ। ਉਹਨੇ ਜਦੋਂ ਬੇਨਤੀ ਕੀਤੀ ਭੀਮ ਚੰਦ ਤੂੰ ਭੀਮ ਚੰਦ ਤੋਂ ਮਾफ़ੀ ਮੰਗ ਲਾ, ਮਾफ़ੀ ਮੰਗ ਲਾ, ਤੈਨੂੰ ਛੱਡ ਦੂਗਾ। ਸਾਡਾ ਮਨ ਮੰਨਦਾ ਨਹੀਂ ਤੇਰੀਆਂ ਅੱਖਾਂ 'ਚ ਕਿੱਲ ਲਾ ਦਈਏ, ਤੂੰ ਸਾਡਾ ਅਸੀਂ ਕਿਸੇ ਟਾਈਮ ਤੇਰਾ ਹੁਕਮ ਮੰਨਦੇ ਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ। ਜਿਨ੍ਹਾਂ ਨੇ ਨਿਰਭਉ ਪਰਮੇਸ਼ਰ ਨਿਰੰਕਾਰ ਨੂੰ ਜਪਿਆ ਉਹਨਾਂ ਦੇ ਸਾਰੇ ਭੈ ਖਤਮ ਹੋ ਜਾਂਦੇ ਆ। ਉਹ ਕਹਿੰਦਾ ਭਾਈ ਮੇਰਾ ਇਹ ਕੁਛ ਨਹੀਂ ਵਿਗਾੜ ਸਕਦਾ। ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕੀਜੈ। ਅਗਰ ਗੁਰੂ ਕਿਸੇ ਬਲ ਹੋ ਜਾਵੇ ਲੱਖਾਂ ਬਾਹਾਂ ਉਲਰਦੀਆਂ ਹੋਣ ਉਹਦਾ ਕੁਛ ਨਹੀਂ ਵਿਗਾੜ ਸਕਦੇ। ਜੇ ਤੁਹਾਡਾ ਮੇਰੇ ਨਾਲ ਪ੍ਰੇਮ ਹੈ ਤਾਂ ਇੱਕ ਗੱਲ ਕਰੋ ਵੀ ਮੈਨੂੰ 5-7 ਮਿੰਟ ਦਿਓਗੇ ਤੁਸੀਂ। ਉਹ ਕਹਿਣਗੇ ਠੀਕ ਹੈ, ਮੈਨੂੰ ਤੁਸੀਂ 5-7 ਮਿੰਟ ਦੇ ਦਿਓ, ਉਹਦੇ ਤੋਂ ਬਾਅਦ ਮੈਂ ਤੁਹਾਨੂੰ ਇਸ਼ਾਰਾ ਕਰ ਦੂੰਗਾ, ਤੁਸੀਂ ਕਿੱਲ ਚੱਕ ਕੇ ਮੇਰੀਆਂ ਅੱਖਾਂ 'ਚ ਖੋਭ ਦਿਓ। ਜਲਾਦ ਮੰਨ ਗਏ ਤੇ ਦੇਵੀ ਚੰਦ ਨੇ ਬੈਠ ਕੇ ਇਕਾਗਰ ਹੋ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ ਧਿਆਨ ਧਰਿਆ।
इशारा कर दिता, जलादा ने किल खोप दिते, वो किल खोप के चले गए। देवी चंद जी का सुता उठिया हुंदा सुपने की मांगर, अखां ते हथ फेरिया, कुछ नहीं है। बड़ा हैरान होया, वरतिया सब कुछ सच है, पर गुरु गोबिंद सिंह महाराज तेरियां तू जाने। उत्थों उठिया, फिर राज बल नूं नहीं गया। राजे भीम चंद का हुक्म सी कि इहदी लाश सवेर नूं चक के लिया के शाही दरवाजे ते टंगनी है, लोगों को पता लगे कि राजे भीम चंद का विरोध किया सी, इहनूं सज़ा दिती है। वो सीधा आनंदपुर साहब की धरती पहुँचिया, साहब गुरु गोबिंद सिंह साहब महाराज दे जिथे उन्होंने आसन सी सामने चलिया गया। पहरा लग्या होया, पहरेदार नूं बेनती की, मैं गुरु गोबिंद सिंह साहब जी नूं दर्शन करने हैं। वो कहन लगे भी नहीं, तू अंदर नहीं जा सकता। कहन लगा क्यों? कहन लगे गुरु गोबिंद सिंह साहब महाराज की सेहत नहीं चंगी। वो कहन लग्या कल तो मैं हले इत्थों गया, 2 दिन होए मैनू इत्थों गए नूं, उदों तो चंगे भले सी। कहंदा बई पता नहीं है। सेवादार कहंदा मैनू भी पता नहीं, मैं सुनी सुनाई गल है, मैं तो अंदरों जिहड़े सेवादार आए उन्हां तों गल सुनी आ। साहब गुरु गोबिंद सिंह साहब महाराज लम्मे पए सी ते उन्हां दे पैरां चों लहू चलण लग गया, तो उन्हें मैनू दस्सिया भी पैरां ते पट्टियां बन्नियां होईयां ते गुरु गोबिंद सिंह साहब महाराज मंजे ते लम्मे पए। अंदरों आवाज़ सुन के साहब गुरु गोबिंद सिंह साहब महाराज ने आवाज़ मारी, कौन है? कहते महाराज देवी चंद है, राजे भीम चंद का वजीर। कहते अंदर भेज दे। देवी चंद अंदर चलिया गया, पट्टियां बनिया हुई तो विचों लहू सिमदा, पट्टियां लिबड़ियां हुई लहू के नाल। उन्हें पूछया महाराज आप जी के पैरों में कोई तकलीफ, कोई नंगे पैरी तुरे, की लग्या? साहब कहन लगे देवी चंदा छड्ड, तू लगने की गल छड्ड, तू कल की गल सुना, तेरे नाल किद्दां बीती? उन्हें फिर सारी गल सुनाई। कहंदा महाराज मैनू पता नहीं लग्या, पर मैनू सज़ा उन्होंने दिती भी 3-3 इंच लंबे ये अखां च लाल करके किल अखां च ठोक दिओ। कहंदा महाराज ये किल तो उन्होंने ठोक दिते, पर मैनू पता नहीं लग्या, मैं जिद्दां सुपने मांगर उठिया हूँगा, ना मैनू किलों का पता लग्या, ना मैनू कुछ जिद्दां सुपने मांगर, कोई तकलीफ नहीं हुई। साहब गुरु गोबिंद सिंह साहब महाराज ने सराणे थले हथ मारिया, 2 किल कढ़ के देवी चंद नूं दिखाल के कहंदे ऐ तां नहीं सी। देवी चंद हैरान हो गया, पैरों थले मिट्टी निकल गई, किल तो उही है, ये किल इत्थे किद्दां पहुँच गए? ये किल उही है जिस उस पहाड़ी ते मेरियां अखां विच खोभे सी। बहुत हैरान होया। साहब गुरु गोबिंद सिंह साहब महाराज नूं पुछण लग्या महाराज ये किल महाराज इत्थे किद्दां पहुँच गए? साहब कहण लगे देवी चंदा तू साडा बड़ा भला कर दिता, जदों तेरियां अखां च किल चोभे आ ते ध्यान धरिया सी साडे चरनां दा, वो किल तेरियां अखां च नहीं लगे, साडियां पैरां च लग गए। जे तू किते साडियां अखां दा ध्यान धर लैंदा वो किल साडियां अखां चुभ जाने सी। तू साडा बड़ा भला कीता। इहनूं कहंदे मन वेधया चरनार बिंद। गुरु के चरनां नूं मुख रख के, गुरु के चरनां च आसरा लैके ਇਹੋ ਜਿਹਾ सिख एक भाई गोंदा भी होया, 7वें पातशाह जी गुरु हरराय साहब जी का महाराज का सिख, जिन्हें गुरु हरराय साहब महाराज के चरण फड़ लए सी काबल विच, उत्थे बैठे ने चरण फड़ लए। साहब उठे नहीं सारी दिहाड़ी। सेवादार ने कहा महाराज प्रसादा बरताइए जी, कहते नहीं पाई। 3 बज गए शाम के, दीवान नहीं समाप्ति भी हो गई। तो जदों 3 बजे तो बाद 4 बजे जाके सिख ने चरण छड्डे तो साहब कहने हुण प्रसादे की घंटी बजाओ। पुछया महाराज अज देर कर दी प्रसादे नूं? कहंदे भाई एक सिख साढ़े चरण नहीं छड्डदा सी, काबल विच भाई गोंदा साढ़े चरनां नूं फड़ के बैठा सी। जदों भाई गोंदा आया तो उन्होंने पुछया, फिर उन्हें दस्सिया गुरु के चरनां नूं एकागर होकर फड़ लेना। इहनूं कहंदे मन वेधया, जिन्हां ने गुरु के चरनां नाल अपना मन विझ गया, जिन्हां दा बज गया। चरनार बिंद दर्शन लगड़ा साहू, ओट गोबिंद गोपाल राय सेवा स्वामी लाहू।
ਉਹਨਾਂ ਨੇ ਫਿਰ ਇਹੀ ਲਾਹਾ ਸਮਝਿਆ ਜਿਨ੍ਹਾਂ ਨੂੰ ਇਹ ਅਵਸਥਾ ਮਿਲ ਗਈ, ਪਰਮੇਸ਼ਰ ਦੇ ਓਟ ਤੋਂ ਬਿਨਾਂ ਦੂਸਰੀ ਓਟ ਤੱਕੀ ਨਹੀਂ। ਦਰਸ਼ਨਾਂ ਦੀ ਇੱਛਾ ਹਰ ਵੇਲੇ ਮਨ ਦੇ ਅੰਦਰ ਬਣ ਗਈ, ਸੰਸਾਰਕ ਪਦਾਰਥਾਂ ਦੀ ਇੱਛਾ ਖਤਮ ਹੋ ਗਈ, ਕੁਛ ਨਹੀਂ ਚਾਹੀਦਾ, ਕੋਈ ਵਸਤੂ ਚਾਹੀਦੀ ਨਹੀਂ। ਜਦੋਂ ਮਹਾਂ ਸਿੰਘ ਨੂੰ ਪਤਾ ਲੱਗ ਗਿਆ ਅਸਲ ਗੱਲ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 3 ਲੋਕ ਦਾ ਰਾਜ ਵੀ ਦੇ ਰਹੇ, ਕਹਿੰਦਾ ਮਹਾਰਾਜ ਲੈਣਾ ਹੀ ਕੁਛ ਨਹੀਂ ਜੀ, ਪਤਾ ਲੱਗ ਗਿਆ ਕੋਈ ਕਿਸੇ ਵਸਤੂ ਦੀ ਇੱਛਾ ਨਹੀਂ ਜੀ ਹੈ, ਬਸ ਇੱਕੋ ਹੀ ਇੱਛਾ ਮਹਾਰਾਜ ਜਿਹੜਾ ਤੁਹਾਡੇ ਨਾਲ ਬਦਾਵਾ ਦੇ ਬੈਠੇ ਹੋ ਪਾੜ ਦਿਓ ਜੀ। ਫਿਰ ਇੱਕੋ ਹੀ ਸਿੱਖ ਦੀ ਇੱਛਾ ਰਹਿ ਜਾਂਦੀ ਹੈ, ਜਦ ਇੱਥੇ ਅਵਸਥਾ ਪਹੁੰਚ ਜਾਂਦੀ ਫਿਰ ਕਹਿੰਦਾ ਓਟ ਗੋਬਿੰਦ ਗੋਪਾਲ ਰਾਏ, ਮਹਾਰਾਜ ਤੁਹਾਡੇ ਚਰਨਾਂ ਤੋਂ ਬਿਨਾਂ ਹੋਰ ਕੋਈ ਓਟ ਆਸਰਾ ਹੈ ਹੀ ਨਹੀਂ ਹੈ। ਸੇਵਾ ਸੁਆਮੀ ਲਾਹੋ, ਸੇਵਾ ਕਰਕੇ ਸਾਰਾ ਜੀਵਨ ਗੁਜ਼ਾਰ ਦੇਣਾ। ਇੱਥੇ ਬਹੁਤ ਸਾਰੇ ਮਹਾਂਪੁਰਸ਼ ਆਪਣੀਆਂ ਸਵਾਸਾਂ ਤੱਕ ਜੀਵਨ ਲਾ ਗਏ, ਜਿਨ੍ਹਾਂ ਦੀ ਅਵਸਥਾ ਉੱਥੇ ਤੱਕ ਪਹੁੰਚੀ ਹੋਈ ਸੀ। ਸੰਤ ਬਾਬਾ ਬਹਾਲ ਸਿੰਘ ਜੀ ਰਾਤ ਦੀ 12 ਤੋਂ 2 ਰੌਲ ਸਾਰੀ ਜ਼ਿੰਦਗੀ ਲਾਈ ਉਹਨਾਂ ਨੇ ਮੂਲ ਮੰਤਰ ਦੀ, ਅਖੀਰ ਤੱਕ ਸਵਾਸਾਂ ਤੱਕ ਉੱਪਰ ਜਾ ਕੇ ਸਰੀਰ ਡਿੱਗ ਗਿਆ, ਜਿੱਥੇ ਰੌਲ ਲਾਉਂਦੇ ਮੂਲ ਮੰਤਰ ਦੀ ਉੱਥੇ ਜਾ ਕੇ ਸਰੀਰ ਡਿੱਗ ਪਿਆ, ਡਿੱਗਿਆ ਸਰੀਰ, ਫਿਰ ਰੌਲ ਛੱਡੀ ਹੈ, ਨਹੀਂ ਤਾਂ ਅਖੀਰ ਸਵਾਸਾਂ ਤੱਕ। ਸੇਵਾ ਸੁਆਮੀ ਲਾਹੋ, ਇਹ ਲਾਹਾ ਖੱਟਿਆ ਸੇਵਾ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕਰਕੇ, ਉਹਨੂੰ ਹੀ ਲਾਹਾ ਸਮਝਿਆ। ਬਾਕੀ ਸੰਸਾਰ ਦੇ ਪਦਾਰਥ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਅਵਸਥਾ ਵਾਲੇ ਪੁਰਖਾਂ ਨੂੰ ਇਹ ਗੱਲ ਮਿਲਦੀ ਹੈ ਕਿ ਮੇਰੇ ਸਵਾਸ ਸੇਵਾ ਵਿੱਚ ਬਤੀਤ ਹੋ ਜਾਣ, ਉਸ ਪਰਮੇਸ਼ਰ ਦਾ ਓਟ ਆਸਰਾ ਮੈਨੂੰ ਮਿਲ ਜਾਵੇ। ਉਹਨਾਂ ਨੇ ਓਟ ਆਸਰਾ ਦਿੱਤਾ, ਤਾਂ ਹੀ ਦੇਵੀ ਚੰਦ ਦੀਆਂ ਅੱਖਾਂ 'ਚ ਤੇ ਕਿੱਲ ਨਹੀਂ ਖੁੱਬੇ, ਜਾਂ ਦੇਵੀ ਚੰਦ ਅੰਨਾ ਹੋ ਜਾਣਾ ਸੀ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ, ਵਿਖਿਆ ਪੋਹੇ ਨਾ ਸਕੀ, ਮਿਲ ਸਾਧੂ ਗੁਣ ਗਾਹੋ। ਜਿਹਨੂੰ ਇਹ ਅਵਸਥਾ ਮਿਲ ਜਾਂਦੀ ਹੈ, ਉਹ ਜਿੱਥੇ ਮਰਜ਼ੀ ਬੈਠ ਜਾਣ, ਚੋਰਾਂ 'ਚ ਬੈਠ ਜਾਣ, ਠੱਗਾਂ 'ਚ ਬੈਠ ਜਾਣ, ਸ਼ਰਾਬੀਆਂ 'ਚ ਬਹਿ ਜਾਣ, ਸਮੈਕੀਆਂ 'ਚ ਬਹਿ ਜਾਣ, ਉਹਨਾਂ ਨੂੰ ਇਹ ਗੱਲਾਂ ਸਪਰਸ਼ ਨਹੀਂ ਕਰਦੀਆਂ, ਉਹਨਾਂ ਦੇ ਇਹ ਗੱਲਾਂ ਨੇੜੇ ਨਹੀਂ ਆਉਂਦੀਆਂ। ਵਿਖਿਆ ਪੋਹੇ ਨਾ ਸਕੀ, ਮਿਲ ਸਾਧੂ ਗੁਣ ਗਾਹੋ। ਜਿਨ੍ਹਾਂ ਨੂੰ ਸਾਧੂ ਦੀ ਸੰਗਤ ਮਿਲ ਗਈ, ਸਾਧੂ ਦੀ ਸੰਗਤ ਕਰਕੇ ਪਰਮੇਸ਼ਰ ਦੇ ਗੁਣ ਗਾਉਣ ਦਾ ਸਮਾਂ ਪ੍ਰਾਪਤ ਹੋ ਗਿਆ। ਸਾਧੂ ਦੀ ਸੰਗਤ ਕਰਕੇ ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਸੰਤਾਂ ਦੇ ਨਾਲ ਮਿਲ ਕੇ ਹਰੀ ਦਾ ਜਸ ਕਰਨ ਦਾ ਲਾਭ ਇਹ ਆ, ਕਰੋੜਾਂ ਜਨਮਾਂ ਦੇ ਦੁੱਖ ਖਤਮ ਹੋ ਜਾਂਦੇ ਆ। ਸਾਧੂ ਨਾਲ ਤੀਰਥ ਯਾਤਰਾ ਨੂੰ ਜਾਈਏ 10 ਗੁਣਾ ਲਾਭ ਹੈ, ਨਹੀਂ ਤਾਂ 1 ਗੁਣਾ ਲਾਭ ਹੈ। ਮਹਾਂਪੁਰਸ਼ਾਂ ਨੇ ਦੱਸਿਆ ਵੀ 10 ਗੁਣਾ ਲਾਭ ਹੈ। ਸੰਤ ਮਹਾਰਾਜ ਜੀ ਕਈ ਵਾਰੀ ਹਜ਼ੂਰ ਸਾਹਿਬ ਨੂੰ ਜਾਇਆ ਕਰਦੇ ਸਨ, ਕਈ ਵਾਰੀ ਹੋਰ ਤੀਰਥਾਂ 'ਤੇ ਸੰਗਤ ਨੂੰ ਨਾਲ ਲੈ ਕੇ ਜਾਇਆ ਕਰਦੇ ਸਨ। ਜਿੰਨਾ ਲਾਭ ਸਾਧੂ ਨੂੰ ਮਿਲਦਾ, ਉਹਦੇ ਨਾਲ ਵਾਲੀ ਸੰਗਤ ਨੂੰ ਕੁਛ ਨਹੀਂ ਕਰਨਾ ਪੈਂਦਾ, ਉਹਨਾਂ ਨੂੰ ਵੈਸੇ ਹੀ ਮਿਲ ਜਾਂਦਾ ਫਲ। ਜਿਹੜੇ ਉਹਦੇ ਨਾਲ ਗਏ ਹੁੰਦੇ ਆ, ਉਹਨਾਂ ਨੂੰ ਵੈਸੇ ਹੀ ਸਤਿਕਾਰ ਮਿਲ ਜਾਂਦਾ। ਵਿਖਿਆ ਪੋਹੇ ਨਾ ਸਕੀ, ਮਿਲ ਸਾਧੂ ਗੁਣ ਗਾਹੋ, ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ। ਇਹਦਾ ਅਰਥ ਬਹੁਤ ਸਾਰੇ ਅੱਜ ਜ਼ਿਆਦਾ ਜਿਹੜੇ ਪੜ੍ਹ ਗਏ ਆ, ਉਹ ਕਹਿੰਦੇ ਸਾਧੂ ਨੂੰ ਮਿਲਣ ਦੀ ਜ਼ਰੂਰਤ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲ ਲਓ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਵੀ ਤਾਂ ਮੰਨ ਲਓ। ਜੇ ਗੁਰੂ ਨੂੰ ਮੱਥਾ ਟੇਕਣਾ, ਉਹਦੇ ਬਚਨ ਵੀ ਤਾਂ ਮੰਨਣੇ ਪੈਣਗੇ। ਉਹ ਕਹਿੰਦੇ ਜੈ ਤੇ ਉਪਜੀ ਤੈ ਮਿਲੀ। ਇੱਥੋਂ ਤੁਸੀਂ ਆਪਣਾ ਨਾਤਾ ਜੋੜ ਲਓ ਕਿਸੇ ਦੇ ਨਾਲ, ਉੱਪਰ ਜਾ ਕੇ ਉਹਦਾ ਨਾਤਾ ਜੁੜਿਆ ਹੋਇਆ। ਜਿਨ੍ਹਾਂ ਦੀ ਦਰਗਾਹ ਵਿੱਚ ਚੱਲਦੀ ਹੈ, ਉਹਨਾਂ ਨਾਲ ਨਾਤਾ ਜੋੜ ਲਓ, ਉੱਥੇ ਜਾ ਕੇ ਤੁਹਾਨੂੰ ਕੋਈ ਔਖੀ ਨਹੀਂ ਹੁੰਦੀ। ਕਈ ਵਾਰੀ ਕਿਸੇ ਨੇ ਪ੍ਰਧਾਨ ਮੰਤਰੀ ਨੂੰ ਮਿਲਣਾ ਹੁੰਦਾ, ਤੇ ਇੱਥੋਂ ਕਿਸੇ ਨੂੰ ਮਿਲਦੇ ਆ, ਤੇ ਉਹ ਜਾ ਕੇ ਮਿਲਾਉਂਦਾ। ਜੇ ਤੁਸੀਂ ਸਿੱਧੇ ਚਲੇ ਜਾਓ, ਉੱਥੇ ਪੁੱਛਦਾ ਕੋਈ ਨਹੀਂ ਹੈ। ਸਾਧੂ ਨਾਲ ਪ੍ਰੇਮ ਜੁੜ ਗਿਆ ਤੇ ਰੱਬ ਨਾਲ ਜੁੜ ਗਿਆ। ਰੱਬ ਦਿਆਂ ਬੰਦਿਆਂ ਨਾਲ ਪ੍ਰੇਮ ਕਰ ਲਓ, ਰੱਬ ਨਾਲ ਜੁੜ ਗਿਆ। ਜੇ ਤੁਸੀਂ ਧਰਤੀ 'ਤੇ ਟੁਕੜਾ ਜ਼ਮੀਨ ਦਾ ਖਰੀਦ ਲਓ, 10 ਮਰਲੇ 5 ਮਰਲੇ 2 ਖੇਤ 4 ਖੇਤ, ਉਹਨੂੰ ਭਾਵੇਂ 100 ਮੰਜ਼ਿਲ ਛੱਤ ਲਓ, ਤੁਹਾਨੂੰ ਕੋਈ ਉੱਪਰ ਆਕਾਸ਼ ਤੱਕ ਕੋਈ ਕੁਛ ਨਹੀਂ ਕਹਿੰਦਾ। ਤੁਸੀਂ ਧਰਤੀ ਖਰੀਦੀ ਆ, ਆਕਾਸ਼ ਦੇ ਮਾਲਕ ਤੁਸੀਂ ਆਪੇ ਹੀ ਬਣ ਗਏ। ਜੇ ਕੋਈ ਕਹੇ ਮੈਂ ਧਰਤੀ 'ਤੇ ਟੁਕੜਾ ਖਰੀਦਣਾ ਨਹੀਂ ਹੈ, ਮੈਂ ਆਕਾਸ਼ ਵਿੱਚ ਹੀ ਮੰਜ਼ਿਲ ਪਾ ਲੈਣੀ, ਕਿੱਦਾਂ ਪਾ ਲੂਗਾ? ਉੱਪਰ ਕੋਈ ਲੰਘਣ ਵੀ ਨਹੀਂ ਦਿੰਦਾ। ਦੂਸਰੇ ਮੁਲਕਾਂ ਵਿੱਚ ਕਈ ਵਾਰੀ ਇਹਨਾਂ ਦਾ ਵਿਰੋਧ ਚੱਲਦਾ ਹੁੰਦਾ, ਆਕਾਸ਼ ਦੇ ਉੱਪਰ ਦੀ ਜਹਾਜ਼ ਲੰਘਣ ਨਹੀਂ ਦਿੰਦੇ, ਕਿਉਂਕਿ ਆਕਾਸ਼ ਦੇ ਮਾਲਕ ਵੀ ਆ, ਉਹ ਥੱਲੇ ਧਰਤੀ ਹੈ। ਜਿਹਦੇ ਕੋਲ ਧਰਤੀ ਆ, ਉਹ ਆਕਾਸ਼ ਦਾ ਮਾਲਕ ਹੈ। ਜਿਹਦੇ ਕੋਲ ਧਰਤੀ ਦਾ ਟੁਕੜਾ ਨਹੀਂ, ਆਕਾਸ਼ ਦਾ ਮਾਲਕ ਨਹੀਂ ਹੈ। ਪ੍ਰਵਾਨ ਪੁਰਖਾਂ ਨਾਲ ਨਾਤਾ ਜੋੜਿਆ ਹੋਇਆ, ਪਰਮੇਸ਼ਰ ਦੀ ਦਰਗਾਹ ਤੱਕ ਨਾਤਾ ਜੁੜ ਜਾਂਦਾ।
ਜੇ ਪ੍ਰਵਾਨ ਪੁਰਖ ਦਰਗਾਹ ਦਾ ਪ੍ਰਵਾਨ ਨਹੀਂ, ਉਹਦੇ ਨਾਲ ਨਾਤਾ ਨਹੀਂ, ਤੇ ਉੱਪਰ ਆਕਾਸ਼ ਤੱਕ ਮਾਲਕ ਨਹੀਂ ਹੈ। ਇੱਥੋਂ ਪ੍ਰੇਮ ਰੱਬ ਦੇ ਪਿਆਰੇ ਪੁਰਖਾਂ ਨਾਲ, ਪ੍ਰਵਾਨ ਪੁਰਖਾਂ ਨਾਲ ਪ੍ਰੇਮ ਹੈ, ਤੇ ਦਰਗਾਹ ਵਿੱਚ ਤੁਹਾਡਾ ਪ੍ਰੇਮ ਜੁੜ ਗਿਆ। ਉੱਥੇ ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ, ਸਾਧੂ ਦੀ ਸੰਗਤ ਕਰੋਗੇ, ਇੱਥੇ ਵੀ ਸੌਖੇ ਤੇ ਉੱਥੇ ਵੀ ਸੌਖੇ। ਪੰਜਵੇਂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਗਿਆਨ ਬਖਸ਼ਿਆ ਸੀ ਕਿ ਮਹਾਰਾਜ ਇੱਥੇ ਸੁੱਖ ਤਾਂ ਅੱਗੇ ਸੁੱਖ ਕਿੱਦਾਂ ਮਿਲੂਗਾ। ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬਹੁਤ ਸੁੰਦਰ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਕਹਿੰਦੇ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ, ਤਾਂ ਕਹਿ ਹਰ ਹਰ ਗਾਈਐ, ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੇ ਪਾਈਐ। ਇੱਥੇ ਵੀ ਸੁੱਖ ਤਾਂ ਅੱਗੇ ਵੀ ਸੁੱਖ। ਸੈਦੇ ਮਲਾਹ ਦੀ ਬੇੜੀ ਵਿੱਚ ਬਹਿ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 21 ਕੁਲਾਂ ਨੂੰ ਤਾਰ ਦਿੱਤੀਆਂ ਸੈਦੇ ਮਲਾਹ ਦੀਆਂ। ਇੱਥੇ ਨਾਤਾ ਜੁੜਿਆ, 21 ਕੁਲਾਂ ਦਾ ਨਾਤਾ ਦਰਗਾਹ ਤੱਕ ਜੁੜ ਗਿਆ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ, ਉਸ ਪਰਮੇਸ਼ਰ ਨਾਲ ਸੱਚੀ ਪ੍ਰੀਤੀ। ਇੱਥੇ ਤੁਸੀਂ ਸੱਚੀ ਪ੍ਰੀਤੀ ਰੱਬ ਦਿਆਂ ਬੰਦਿਆਂ ਨਾਲ ਪ੍ਰੇਮ ਵਾਲਿਆਂ। ਠੀਕ ਹੈ, ਸਾਧੂ ਦਾ ਭੇਖ ਹੈ, ਭੇਖ ਦਾ ਸਤਿਕਾਰ ਤਾਂ ਹੈ, ਪ੍ਰਵਾਨ ਹੋ ਜਾਣਾ ਹੋਰ ਗੱਲ ਹੈ, ਡੇਰਾ ਬਣਾ ਕੇ ਬਹਿ ਜਾਣਾ ਹੋਰ ਗੱਲ ਹੈ। ਪ੍ਰਵਾਨ ਪੁਰਖ ਕੌਣ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਬਚਨ ਨੇ, ਜਿਨ੍ਹਾਂ 'ਤੇ ਉਹ ਬਚਨ ਢੁੱਕਦੇ ਆ ਉਹ ਪੁਰਖ ਪ੍ਰਵਾਨ ਹੈ, ਜਿਨ੍ਹਾਂ 'ਤੇ ਨਹੀਂ ਢੁੱਕਦੇ ਪ੍ਰਵਾਨ ਨਹੀਂ। ਕਿੱਡਾ ਵੱਡਾ ਡੇਰਾ ਹੋਵੇ, ਕਿੱਡੀ ਮਰਜ਼ੀ ਦੁਨੀਆ ਹੋਵੇ, ਉਹਦੇ ਮਗਰ ਹੋ। ਜਪਜੀ ਸਾਹਿਬ ਜੀ ਪਵਿੱਤਰ ਬਾਣੀ ਪੜ੍ਹੋ। ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ, ਜੇ ਜੁਗ ਚਾਰੇ ਆਰਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ, 9 ਖੰਡਾਂ ਵਿੱਚ ਸਾਰੀ ਧਰਤੀ ਵੰਡੀ ਹੈ। ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਸਾਰੀ ਦੁਨੀਆ ਨਾਲ ਤੁਰਦੀ ਹੋਵੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ, ਜੇ ਪਰਮੇਸ਼ਰ ਦੀ ਨਜ਼ਰ ਵਿੱਚ ਨਹੀਂ ਹੋ, ਉਹਦੀ ਕੋਈ ਬਾਤ ਦਰਗਾਹ ਵਿੱਚ ਨਹੀਂ ਪੁੱਛਦਾ। ਠੀਕ ਹੈ, ਦੁਨੀਆ ਮਗਰ ਹੋਵੇਗੀ, ਰਾਜਿਆਂ ਮਗਰ ਕਿੰਨੀ ਦੁਨੀਆ, ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਰਾਜੇ, ਕੋਈ ਕੁੱਤੇ ਬਿੱਲੇ ਦੀ ਜੂਨ ਵਿੱਚ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ ਮਗਰੋਂ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ, ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਹੋ। ਜਿਨ੍ਹਾਂ 'ਤੇ ਪਰਮੇਸ਼ਰ ਕਿਰਪਾ ਕਰਦਾ, ਨਿਰੰਕਾਰ ਮਿਹਰ ਕਰਦਾ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਇਹ ਬਖਸ਼ਿਸ਼ ਪ੍ਰਾਪਤ ਹੁੰਦੀ। ਸਾਰਿਆਂ ਨੂੰ ਨਹੀਂ ਹੁੰਦੀ, ਸਾਰਿਆਂ ਨਹੀਂ ਹੁੰਦੀ। ਕਰ ਗਏ ਲੀਨੀ ਪਾਰ ਬ੍ਰਹਮ, ਪਰਮੇਸ਼ਰ ਨਿਰੰਕਾਰ ਨੇ ਕੀਤੀ ਹੈ ਵੱਡੀ ਕਿਰਪਾ। ਬਹੁੜ ਨਾ ਵਿਛੜੀ ਆਓ, ਉਹ ਫਿਰ ਵਿਛੜਦੇ ਨਹੀਂ ਆ। ਬਾਹਰ ਜਾਓ ਲੱਖ ਵੇਰੀਆਂ, ਹਰ ਸੱਜਣ ਆਗਮ ਆਗਾਹੋ। ਕਹਿੰਦੇ ਉਹਦੇ ਬਲਿਹਾਰ ਜਾਈਏ ਭਾਈ, ਜਿਹਦੇ 'ਤੇ ਕਿ ਕਿਰਪਾ ਹੋਈ ਆ, ਜਿਨ੍ਹਾਂ ਨੂੰ ਇਹ ਬਖਸ਼ਿਸ਼ ਮਿਲੀ ਆ, ਉਹਨਾਂ ਦੇ ਬਲਿਹਾਰ ਜਾਈਏ। ਹਰ ਸੱਜਣ ਆਗਮ ਆਗਾਹੋ। ਆਗਮ ਆਗਾਹ ਹੁੰਦਾ ਜਿਹਦਾ ਕੋਈ ਅੰਤ ਪਾਰਾਵਾਰ ਹੋਵੇ ਹੀ ਨਾ, ਜਿਹਦਾ ਕੋਈ ਅੰਤ ਪਾਰਾਵਾਰ ਹੋਵੇ ਹੀ ਨਾ, ਮਿਣਤੀ ਗਿਣਤੀ ਵਿੱਚ ਆਵੇ ਹੀ ਨਾ, ਪਤਾ ਨਹੀਂ ਕਿੱਥੇ ਕੁ ਤੱਕ ਹੈ। ਉਸ ਨਿਰੰਕਾਰ ਦੀ ਕਿਰਪਾ ਜਿਨ੍ਹਾਂ 'ਤੇ ਹੁੰਦੀ ਆ। ਬਾਹਰ ਜਾਓ ਲੱਖ ਬੇਰੀਆਂ, ਉਹਨਾਂ ਨਿਰੰਕਾਰ ਦੇ ਬਾਹਰ ਜਾਈਏ, ਬਲਿਹਾਰ ਜਾਈਏ। ਹੋਂ ਕੁਰਬਾਨੇ ਜਾਓ ਮਿਹਰਬਾਨਾ, ਹੋਂ ਕੁਰਬਾਨੇ ਜਾਓ, ਹੋਂ ਕੁਰਬਾਨੇ ਜਾਓ ਤਿਨਾਂ ਕੇ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਿਨਾਂ ਕੇ ਹੋਂ ਸਦ ਕੁਰਬਾਨੇ ਜਾਓ। ਗੁਰਬਾਣੀ ਉਹਨਾਂ ਦੇ ਕੁਰਬਾਨ ਜਾਂਦੀ ਆ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਉਹਨਾਂ ਦੇ ਕੁਰਬਾਨ ਜਾਂਦੇ ਹਾਂ ਜਿਹੜੇ ਮਹਾਰਾਜ ਇਸ ਅਵਸਥਾ 'ਤੇ ਪਹੁੰਚੇ ਆ। ਬਾਹਰ ਜਾਓ ਲੱਖ ਬੇਰੀਆਂ, ਹਰ ਸੱਜਣ ਆਗਾ ਸਰਮ ਪਈ ਨਾਰਾਇਣੇ, ਨਾਨਕ ਦਰ ਪਈ ਆਹੋ। ਉਹਦੇ ਸਰਨ ਪਿਆ, ਉਹਦੇ ਦਰ ਵਿੱਚ ਡਿੱਗ, ਉਹ ਦਰ 'ਤੇ ਚਲੇ ਜਾਈਏ। ਜਿੱਦਾਂ ਕਬੀਰ ਸਾਹਿਬ ਕਹਿੰਦੇ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦਵਾਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ। ਕਹਿੰਦੇ ਰੱਬ ਦੇ ਦਰਵਾਜ਼ੇ ਮੋਹਰੇ ਮਰ ਜਾਈਏ, ਰੱਬ ਅੰਦਰ ਜਾਂਦਾ ਬਾਹਰ ਆਉਂਦਾ, ਪੁੱਛੂਗਾ ਵੀ ਇਹ ਸਰੀਰ ਕਿਹਦਾ ਹੈ, ਉਹ ਪੁੱਛੂਗਾ ਵੀ ਆਹ ਕਿਹਦਾ ਸਰੀਰ ਪਿਆ ਵੀ। ਉਹਦੀ ਨਿਗਾਹ ਵਿੱਚ ਤਾਂ ਕਹਿੰਦੇ ਆਵਾਂਗੇ ਹੀ। ਕਹਿੰਦੇ ਉਹ ਪਰਮੇਸ਼ਰ ਨੂੰ ਇਸ ਗੱਲ ਦੀ ਸ਼ਰਮ ਹੈ, ਉਹਦੇ ਦਰ 'ਤੇ ਜਿਹੜੇ ਆਏ ਹੋਏ ਆ, ਉਹਦੇ ਦਰ 'ਤੇ ਪਿਆਂ ਦੀ ਸ਼ਰਮ ਕਰਦਾ ਉਹ, ਮੇਰੇ ਦਰਵਾਜ਼ੇ 'ਤੇ ਆਏ ਹੋਏ ਆ। ਸ਼ਰਮ ਪਈ ਨਾਰਾਇਣੇ, ਨਾਨਕ ਦਰ ਪਈ ਆਹੋ। ਪੋਖ ਸੁਹੰਦਾ ਸਰਬ ਸੁੱਖ, ਉਹਨਾਂ ਨੂੰ ਪੋਹ ਮਹੀਨੇ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਹੁੰਦੇ ਆ, ਜਿਸ ਬਖਸ਼ੇ ਬੇਪਰਵਾਹ ਹੋ। ਜਿਨ੍ਹਾਂ ਨੂੰ ਪਰਮੇਸ਼ਰ ਨਿਰੰਕਾਰ ਬਖਸ਼ ਦਿੰਦਾ, ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਦੀ ਵਿਵਸਥਾ ਬਣ ਜਾਂਦੀ ਹੈ, ਸੇਵਾ ਕਰਕੇ ਆਪਣੇ ਸਵਾਸਾਂ ਨੂੰ ਸਫਲਾ ਕਰਦੇ ਆ। ਪਰਮੇਸ਼ਰ ਨਿਰੰਕਾਰ ਦੀ ਓਟ ਸਮਝਦੇ, ਆਸਰਾ ਲੈਂਦੇ ਆ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹ ਹੋ। ਇਹ ਸਤਿਗੁਰੂ ਜੀ ਨੇ ਗਿਆਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਆ ਹੈ।
ਸੋ ਇਸ ਮਹੀਨੇ ਵਿੱਚ ਭਾਈ ਸਭਾ ਚਮਕੌਰ ਸਾਹਿਬ ਦੀ ਜੰਗ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮੁਕਤਸਰ ਦੀ ਅਗਲੇ ਮਹੀਨੇ ਵਿੱਚ ਮਾਘੀ ਵਿੱਚ ਆਉਂਦਾ ਹੈ। ਇਹ ਸਾਰਾ ਹੁਣ 5-6 ਪੋਹ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਜਿੱਥੇ ਜਿੱਥੇ ਰੁਕੇ ਸਨ, ਜਿੱਥੇ ਜਿੱਥੇ ਗਏ ਸਨ, ਉੱਥੇ ਉੱਥੇ ਮੇਲੇ ਲੱਗਦੇ ਆ। ਤੋ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੇ ਲੰਗਰਾਂ ਦੀ ਮਰਜ਼ਾਦਾ ਉਸ ਵੇਲੇ ਸ਼ੁਰੂ ਕੀਤੀ ਸੀ। ਹੁਣ ਵੀ ਉਹਨਾਂ ਦੀ ਮਰਜ਼ਾਦਾ ਅਨੁਸਾਰ ਲੰਗਰ ਲੱਗਦੇ ਆ ਉਹਨਾਂ ਜਗ੍ਹਾ 'ਤੇ। ਸੋ ਸਾਰਿਆਂ ਦਾ ਧੰਨਵਾਦ ਹੈ ਜੀ। ਸਤਿਗੁਰੂ ਜੀ ਕਿਰਪਾ ਕਰਨ। ਜਿੰਨੇ ਤੁਸੀਂ ਆਏ ਹੋ ਭਾਈ, ਤਰੱਕੀ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ। ਅੱਗੇ ਨਾਲੋਂ ਮਿਹਨਤ ਕਰਕੇ, ਕੋਸ਼ਿਸ਼ ਕਰਕੇ ਅੱਗੇ ਨਾਲੋਂ ਤਰੱਕੀ ਹੋ ਜਾਵੇ। ਜੇ ਸੁਰਤ ਨਹੀਂ ਟਿਕਦੀ, ਕਿਸੇ ਦਾ ਮਨ ਬਾਣੀ ਵਿੱਚ ਨਹੀਂ ਲੱਗਦਾ, ਆ ਕੇ ਵਿਚਾਰ ਕਰਿਆ ਕਰੋ ਵੀ ਕਿੱਥੇ ਖਾਧਾ, ਕੀ ਖਾਧਾ, ਕਿਹੜੀ ਗਲਤੀ ਹੋਈ ਹੈ, ਸੁਰਤ ਟੁੱਟੀ ਕਿਉਂ ਆ, ਕਿਉਂ ਇੱਥੇ ਪਿੱਛੇ ਨੂੰ ਕਿਉਂ ਗਈ ਹੈ। ਫਿਰ ਪਤਾ ਲੱਗ ਜਾਂਦਾ ਵੀ ਜਿਹਦੇ ਖਾ ਕੇ ਆਏ ਉਹਦੇ ਵਿੱਚ ਨੁਕਸ ਸੀ, ਜਾਂ ਖਿਲਾਉਣੇ ਵਾਲਿਆਂ ਵਿੱਚ ਨੁਕਸ ਸੀ, ਜਾਂ ਉਹਦੀ ਕਿਰਤ ਵਿੱਚ ਨੁਕਸ ਸੀ। ਉਹਦੇ ਤੋਂ ਬਾਅਦ ਫਿਰ ਤੁਹਾਨੂੰ ਹੌਲੀ ਹੌਲੀ ਬੰਦਾ ਤਰੱਕੀ ਵੱਲ ਨੂੰ ਚਲੇ ਜਾਂਦਾ। ਜੇ ਇਸ ਗੱਲ ਦੀ ਵਿਚਾਰ ਹੀ ਨਹੀਂ ਕਰਨੀ, ਇਸ ਗੱਲ ਨੂੰ ਸੋਚਣਾ ਹੀ ਨਹੀਂ ਵੀ ਅੱਜ ਕਿਉਂ ਸੁਰਤ ਜੁੜੀ ਹੈ, ਕਿਉਂ ਨਹੀਂ ਜੁੜੀ, ਉਹਦੇ ਵਿੱਚ ਪਤਾ ਲੱਗ ਜਾਂਦਾ ਖਾਣ ਪਾਣ ਦਾ, ਜਾਂ ਬੰਦੇ ਨੇ ਕਿਹੜੀ ਗਲਤੀ ਕੀਤੀ ਹੈ। ਉਹਦੇ ਤੋਂ ਅੱਗੇ ਫਿਰ ਤਰੱਕੀ ਹੌਲੀ ਹੌਲੀ ਪਰਮੇਸ਼ਰ ਨਾਲ ਜੁੜਦੇ ਹਾਂ, ਨਾਮ ਜਪਦੇ ਹਾਂ, ਸੇਵਾ ਕਰਦੇ ਹਾਂ, ਮਨੁੱਖ ਤਰੱਕੀ ਵੱਲ ਪਹੁੰਚ ਜਾਂਦਾ। ਸੋ ਸਾਰਿਆਂ ਦਾ ਧੰਨਵਾਦ ਹੈ ਜੀ। ਰਾਗੀ ਢਾਡੀ ਆਏ ਨੇ, ਵਿਚਾਰ ਸਰਵਣ ਕਰ ਲਿਆ ਕਰੋ, ਗੁਰੂ ਦੀ ਉਸਤਤ, ਗੁਰੂ ਦਾ ਜਸ। ਰਾਗੀ ਢਾਡੀ ਕਵੀਸ਼ਰ, ਗੁਰੂ ਦਾ ਜਸ ਗੱਲ ਤਾਂ ਇੱਕੋ ਹੀ ਹੈ। ਕਥਾ ਕੀਰਤਨ ਰਾਗੀ ਢਾਡੀ, ਕਿਸੇ ਨੇ ਕਿਸੇ ਢੰਗ ਨਾਲ ਗੁਰੂ ਦੀ ਵਡਿਆਈ ਕਰ ਦਿੱਤੀ, ਕਿਸੇ ਨੇ ਕਿਸੇ ਢੰਗ ਨਾਲ ਕਰ ਦਿੱਤੀ। ਮਿੱਠਾ ਹੈ, ਕੋਈ ਜਲੇਬੀਆਂ ਖਾ ਲੈਂਦਾ, ਕੋਈ ਬਰਫੀ ਖਾ ਲੈਂਦਾ, ਕੋਈ ਬੇਸਣ ਖਾ ਲੈਂਦਾ, ਕੋਈ ਚਾਹ ਵਿੱਚ ਪਾ ਕੇ ਪੀ ਲੈਂਦਾ, ਹੈ ਤਾਂ ਮਿੱਠਾ ਹੀ ਹੈ ਉਹ। ਉਹਨੂੰ ਕਿਸੇ ਢੰਗ ਨਾਲ ਤੁਸੀਂ ਲੈ ਲਓ। ਇਸ ਕਰਕੇ ਭਾਈ ਗੁਰੂ ਦਾ, ਪਰਮੇਸ਼ਰ ਦਾ ਜਸ ਕਰਨਾ, ਉਸਤਤ ਸੁਣਨੀ, ਇਹ ਬਹੁਤ ਵੱਡਾ ਲਾਭ ਹੈ। ਸਾਰਿਆਂ ਦਾ ਧੰਨਵਾਦ ਜੀ। ਰਸਨਾ ਪਵਿੱਤਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।